ਅਗਮ ਗੋਚਰ ਸਚ ਸਾਹਿਬ ਮੇਰਾ, ਨਾਨਕ ਬੋਲੇ ਬੋਲਾਇਆ ਤੇਰਾ। ਵਾਹਿਗੁਰੂ ਸਾਹਿਬ ਜੀ ਢੱਡੇ ਢਾਈ ਉਸਾਰੇ ਆਪੇ, ਜਿਉ ਤਿਸ ਭਾਵੇ ਤਿਵੇਂ ਕਰੇ। ਕਰ ਕਰ ਵੇਖੈ ਹੁਕਮ ਚਲਾਏ, ਤਿਸ ਨਿਸਤਾਰੇ ਜਾ ਕੋ ਨਦਰ ਕਰੇ। ਢੱਡੇ ਢਾਏ ਉਸਾਰੇ ਆਪੇ, ਜਿਉ ਤਿਸ ਭਾਵੇ ਤਿਵੇਂ ਕਰੇ। ਕਰ ਕਰ ਵੇਖੈ ਹੁਕਮ ਚਲਾਏ, ਤਿਸ ਨਿਸਤਾਰੇ ਜਾ ਕੋ ਨਦਰ ਕਰੇ। ਨਾਨੈ ਰਵਤ ਰਹੇ ਘਟ ਅੰਤਰ, ਹਰ ਗੁਣ ਗਾਵੇ ਸੋਈ। ਆਪੇ ਆਪ ਮਿਲਾਏ ਕਰਤਾ, ਪੁਨਰਪ ਜਨਮ ਨ ਹੋਈ। ਨਾਨੈ ਰਵਤ ਰਹੇ ਘਟ ਅੰਤਰ, ਹਰ ਗੁਣ ਗਾਵੇ ਸੋਈ। ਆਪੇ ਆਪ ਮਿਲਾਏ ਕਰਤਾ, ਪੁਨਰਪ ਜਨਮ ਨ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ, ਕਿਰਪਾ ਨਿਧਾਨ ਦਇਆਲ ਬਖਸ਼ਿੰਦ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਭਰੀ ਹਜ਼ੂਰੀ ਦਾ ਆਨੰਦ ਮਾਣ ਰਹੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋਂ ਵਡਭਾਗੇ ਹਾਂ। ਪਾਤਸ਼ਾਹ ਜੀ ਨੇ ਬਖਸ਼ਿਸ਼ ਰਹਿਮਤ ਕੀਤੀ ਹੈ, ਆਪਾਂ ਸਭਨਾਂ ਨੂੰ ਗੁਰਦਰਬਾਰ ਦੀ ਹਾਜ਼ਰੀ ਭਰਨ ਦਾ ਇਸ ਭਾਗ ਬਖਸ਼ਿਆ ਹੈ। ਸਤਿਗੁਰੂ ਜੀ ਦਾ ਕੋਟਾਨ ਕੋਟ ਰੋਮ ਰੋਮ ਸ਼ੁਕਰਾਨਾ ਹੈ। ਆਓ ਸਤ ਸੰਗਤ ਜੀ, ਆਪ ਜੀ ਰੋਜ਼ ਪਿਆਰ ਭਾਵਨਾ ਨਾਲ ਪਾਵਨ ਸਥਾਨ ਤੋਂ ਲੜੀਵਾਰ ਗੁਰ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਹੋ। ਸਤਿਗੁਰੂ ਜੀ ਦੀ ਰਹਿਮਤ ਸਦਕਾ ਅੱਜ ਦੇ ਪਾਵਨ ਪਵਿੱਤਰ ਬਚਨ ਜਿਹੜੇ ਆਪ ਜੀ ਨੇ ਹੁਣੇ ਦਾਸ ਪਾਸੋਂ ਪਾਠ ਰੂਪ ਸਰਵਣ ਕੀਤੇ ਹਨ, ਇਹ ਬਚਨ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਪੱਟੀ ਲਿਖੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਰੱਬੀ ਬਖਸ਼ਿਸ਼ ਉਹ ਬਾਣੀ ਦੇ ਵਿੱਚੋਂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅੰਗ 433 ਦੇ ਉੱਤੇ ਸੁਭਾਇਮਾਨ ਨੇ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿਹੜੇ ਰੋਜ਼ ਅੱਖਰ ਆਪਾਂ ਆਪਣੇ ਸੰਸਾਰ ਦੀ ਲੋੜਾਂ ਲਈ, ਮੰਗਣ ਲਈ, ਖਾਣ ਲਈ ਵਰਤਦੇ ਹਾਂ, ਸਤਿਗੁਰੂ ਉਹਨਾਂ ਅੱਖਰਾਂ ਦੇ ਵਿੱਚੋਂ ਸਾਨੂੰ ਅਧਿਆਤਮਿਕ ਜੀਵਨ ਜਿਉਣ ਦੀ ਜੁਗਤ ਸਮਝਾਉਂਦੇ ਨੇ। ਇਹ ਤੇ ਸਪਸ਼ਟ ਹੈ, ਸੰਸਾਰ ਵਿੱਚ ਰਵਾਂਗੇ ਇਹਨਾਂ ਅੱਖਰਾਂ ਦੇ ਰਾਹੀਂ ਸਾਡੀ ਜਿਹੜੀ ਮੰਗ ਹੈ ਉਹ ਪਦਾਰਥਾਂ ਵਾਲੀ ਵੀ ਹੋਵੇਗੀ। ਹੋ ਸਕਦਾ ਹੈ ਮਾਇਆ ਦੇ ਲਈ ਵੀ ਆਪਾਂ ਇਹਨਾਂ ਅੱਖਰਾਂ ਦੀ ਵਰਤੋਂ ਕਰਾਂਗੇ, ਕਰਦੇ ਵੀ ਹਾਂ। ਸੰਸਾਰ ਦੇ ਰਿਸ਼ਤੇ ਨਾਤੇ ਨਿਭਾਉਣ ਵਿੱਚ
ਇੱਥੋਂ ਕਈ ਗੀਤਕਾਰ ਵੀ ਜਿਹੜੇ ਉਹ ਇਹਨਾਂ ਹੀ ਅੱਖਰਾਂ ਦੀ ਵਰਤੋਂ ਕਰਦੇ ਨੇ ਨਾ, ਬਾਹਰੋਂ ਤੇ ਕਿਤੇ ਹੋਰੋਂ ਆਏ ਨਹੀਂ। ਸਤਿਗੁਰੂ ਆਖਦੇ ਨੇ ਜਿੱਥੇ ਇਹਨਾਂ ਅੱਖਰਾਂ ਦੇ ਰਾਹੀਂ ਸੰਸਾਰ ਦੀਆਂ ਗੱਲਾਂ ਨੂੰ, ਸੰਸਾਰ ਦੇ ਪਦਾਰਥਾਂ ਨੂੰ ਮੰਗਦਾ ਹੈ, ਯਾਦ ਕਰਦਾ ਹੈ, ਜਦ ਸੰਸਾਰ ਦੇ ਕੋਈ ਇਹੋ ਜਿਹੇ ਕਾਰ ਵਿਹਾਰ ਕਰਦਾ ਜਿਹੜੀ ਤੇਰੇ ਸੁਰਤ ਨੂੰ ਭਟਕਾਉਂਦੇ ਨੇ, ਯਤਨ ਕਰੀ ਇਹਨਾਂ ਅੱਖਰਾਂ ਦੀ ਵਰਤੋਂ। ਜੇ ਤੂੰ ਪਰਮਾਤਮਾ ਦੀ ਯਾਦ ਵਿੱਚ ਕਰੇ, ਇਹ ਅੱਖਰ ਤੇਰੀ ਭਟਕੀ ਹੋਈ ਸੁਰਤ ਨੂੰ ਵੀ ਟਿਕਾਣੇ ਲਿਆ ਸਕਦੇ ਨੇ। ਕੱਲ ਫਿਰ ਬੇਨਤੀ ਕਰਾਂ, ਵਿਚਾਰਨ ਤੇ ਹੈ, ਗੱਲ ਵਰਤੋਂ ਤੇ ਹੈ। ਇੱਕ ਚਾਕੂ ਡਾਕਟਰ ਦੇ ਹੱਥ ਵਿੱਚ ਆਵੇ ਤੇ ਆਪਰੇਸ਼ਨ ਕਰਕੇ ਮਰਦੇ ਦੀ ਜਾਨ ਬਚਾ ਲੈਂਦਾ ਹੈ। ਇੱਕ ਚੋਰ ਦੇ ਹੱਥ ਵਿੱਚ ਆਵੇ, ਜਿਉਂਦੇ ਨੂੰ ਹੀ ਮਾਰ ਦਿੰਦਾ ਹੈ। ਗੱਲ ਵਰਤੋਂ ਤੇ ਖਲੋਤੀ ਹੈ। ਕਈ ਫਰੂਟ ਵਰਤਦੇ ਨੇ, ਖਾਣ ਲਈ ਸਿਹਤ ਬਣਾਉਂਦੇ ਨੇ, ਕਈ ਉਹਨਾਂ ਦੀ ਸ਼ਰਾਬ ਵੀ ਬਣਾ ਦਿੰਦੇ ਨੇ। ਇਹ ਜੀਵਨ ਵੀ ਪ੍ਰਮਾਤਮਾ ਨੇ ਸਾਨੂੰ ਦਿੱਤਾ ਹੈ, ਇਹਦੀ ਵਰਤੋਂ ਕਿਹੜੇ ਢੰਗ ਨਾਲ ਕਰੀਏ ਉੱਦਾਂ ਤੇ ਸਾਨੂੰ ਪੁੱਛਣ ਦੀ ਲੋੜ ਨਹੀਂ ਹੈ। ਗੁਰੂ ਅਮਰਦਾਸ ਸਾਹਿਬ ਜੀ ਰੋਜ਼ ਸਾਨੂੰ ਸਮਝਾਉਂਦੇ ਨੇ, ਜਦੋਂ ਆਪ ਜੀ ਆਨੰਦ ਸਾਹਿਬ ਜੀ ਦੀ ਬਾਣੀ ਪੜ੍ਹਦੇ ਹੋ ਜਾਂ ਸੁਣਦੇ ਹੋ ਨਾ, ਕਹਿੰਦੇ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ, ਇਹ ਸ਼ਰੀਰਾ ਮੇਰਿਆ ਇਸ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸ਼ਰੀਰਾ ਜਾਂ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਕਹਿੰਦੇ ਜਿਸ ਪਰਮਾਤਮਾ ਨੇ ਤੇਰੇ ਇਸ ਸਰੀਰ ਦੀ ਘਾੜਤ ਘੜੀ, ਤੇਰੇ ਸਰੀਰ ਨੂੰ ਬਣਾਇਆ, ਤੂੰ ਕਦੇ ਉਹਨੂੰ ਆਪਣੇ ਹਿਰਦੇ ਅੰਦਰ ਨਹੀਂ ਵਸਾਇਆ, ਕਦੇ ਤੂੰ ਉਹਨੂੰ ਯਾਦ ਕੀਤਾ ਹੈ। ਚਲੋ ਇਹ ਹੋ ਸਕਦਾ ਕਿ ਇਹ ਤੇ ਬਾਣੀ ਜਿਹੜੀ ਹੈ ਲੰਬੇਰੀ ਆ, ਰੋਜ਼ ਪੜ੍ਹਦੇ ਹੋ ਤੁਸੀਂ ਇੱਕ ਬਾਣੀ, ਦਰਬਾਰ ਸਾਹਿਬ ਤੋਂ ਵੀ ਰੋਜ਼ ਲਾਈਵ ਟੈਲੀਕਾਸਟ ਹੁੰਦਾ ਹੈ ਨਾ ਜੀ। ਰਹਿਰਾਸ ਸਾਹਿਬ ਜੀ ਸ਼ਾਮ ਨੂੰ ਕੀ ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਭਈ ਪ੍ਰਾਪਤ ਮਾਨੁਖ ਦੇ ਖੁਰੀਆ। ਕਹਿੰਦੇ ਜਿਹੜੀ ਬੰਦੇ ਵਾਲੀ ਜੂਨ ਤੈਨੂੰ ਮਿਲੀ ਹੈ ਨਾ, ਇਹ ਸ਼ਰਾਬਖਾਨੇ ਵਿੱਚ ਬੈਠਣ ਲਈ ਨਹੀਂ ਮਿਲੀ, ਜੂਏਖਾਨੇ ਵਿੱਚ ਬੈਠਣ ਲਈ ਨਹੀਂ ਮਿਲੀ। ਇਹ ਜਿਹੜੀ ਤੈਨੂੰ ਮਨੁੱਖਾ ਜੂਨ ਮਿਲੀ ਹੈ, ਇਹ ਦੂਜਿਆਂ ਦੇ ਪ੍ਰਤੀ ਮਾੜੇ ਬੋਲ ਬੋਲਣ ਲਈ ਨਹੀਂ ਮਿਲੀ, ਸੌਣ ਵਾਸਤੇ ਵੀ ਨਹੀਂ ਮਿਲੀ। ਜੇ ਤੂੰ ਆਖਿਆ ਆਪਾਂ ਤੇ ਸੋ ਕੇ ਖਾ ਕੇ ਨਿਬੇੜ ਦੇਣਾ, ਨਹੀਂ। ਦਾਤਾ ਜੀ ਕਹਿੰਦੇ ਭਈ ਪ੍ਰਾਪਤ ਮਾਨੁਖ ਦੇਹੁਰੀਆ, ਕਾਹਦੇ ਲਈ? ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਰੱਬ ਨੂੰ ਮਿਲਣ ਦਾ ਤੇਰੇ ਕੋਲੇ ਮੌਕਾ ਹੈ, ਇਹ ਤੇਰਾ ਅਵਸਰ, ਇਹ ਤੇਰੀ ਵਾਰ। ਕਹਿੰਦੇ ਤੇਰੇ ਕੋਲੇ ਮੌਕਾ ਹੀ ਹੈ। ਹੁੰਦਾ ਨਾ ਕਈ ਵਾਰੀ ਬੱਚਾ ਫੇਲ ਹੋ ਜਾਵੇ ਪੇਪਰਾਂ ਵਿੱਚ, ਉਹ ਬਹੁਤ ਜ਼ਿਆਦਾ ਮਾਯੂਸ ਹੋ ਜਾਂਦਾ ਹੈ, ਦੁਖੀ ਹੁੰਦਾ ਹੈ। ਮਾਪੇ ਡਰਦੇ, ਕਹਿੰਦੇ ਕੋਈ ਗੱਲ ਨਹੀਂ ਪੁੱਤ, ਅਗਲੇ ਸਾਲ ਫਿਰ ਮਿਹਨਤ ਕਰੀ, ਰੱਬ ਕਰੇਗਾ ਪਾਸ ਹੋ ਜਾਏਗਾ। ਇੱਥੇ ਅਗਲੇ ਸਾਲ ਵਾਲੀ ਕੋਈ ਗੱਲ ਹੀ ਨਹੀਂ, ਮੈਨੂੰ ਕਹਿਣ ਦੇਣਾ ਸੱਚ ਹੈ। ਜਿਹੜੀ ਵੀ ਚੀਜ਼ ਤੁਸੀਂ ਬਾਜ਼ਾਰੋਂ ਲੈਂਦੇ ਹੋ ਨਾ ਜੀ, ਮੈਡੀਕਲ ਸਟੋਰ ਤੋਂ ਦਵਾ ਵੀ ਲੈਂਦੇ ਹੋ, ਉਹਦੇ ਪਿੱਛੇ ਐਕਸਪਾਇਰੀ ਡੇਟ ਲਿਖੀ ਹੋਈ ਹੈ। ਧਿਆਨ ਨਾਲ ਕਦੇ ਵੇਖਣਾ, ਉਹਦੇ ਤੇ ਐਕਸਪਾਇਰੀ ਡੇਟ ਲਿਖੀ ਹੋਈ ਹੈ, ਉਹਦੇ ਉੱਤੇ ਸਮਾਂ ਲਿਖਿਆ ਹੋਇਆ ਹੈ। ਜੇ ਅੱਜ ਲੈਂਦੇ ਹੋ ਤੇ 2022 ਤੱਕ ਦਾ ਸਮਾਂ ਪਿੱਛੇ ਲਿਖਿਆ ਹੋਵੇਗਾ। ਇੱਥੋਂ ਤੱਕ ਖਾਣ ਪਾਣ ਵਾਲੀਆਂ ਚੀਜ਼ਾਂ ਤੇ ਵੀ ਹੈ। ਇੱਕ ਜਿਹੜਾ ਦੁਕਾਨ ਵਾਲਾ ਜੁੱਤਾ ਵੇਚਦਾ ਨਾ, ਉਹ ਵੀ ਕਹਿੰਦਾ ਮੇਰੀ ਗਾਰੰਟੀ ਹੈ, ਕਿਤੇ ਨਹੀਂ ਜਾਵੇਗਾ। ਕੱਪੜੇ ਵਾਲਾ ਵੀ ਕਹਿੰਦਾ ਹੈ ਮੇਰੀ ਗਾਰੰਟੀ ਹੈ, ਵਾਪਸ ਲੈ ਆਉਣਾ। ਫਿਰ ਤੁਸੀਂ ਧਿਆਨ ਦੇਣਾ, ਇੱਕ ਦਵਾਖਾਨੇ ਉਹਦੀ ਗਾਰੰਟੀ ਹੈ, ਪਰ ਸਾਡੀ ਤੇ ਵੈਲਿਡਿਟੀ ਕੋਈ ਨਹੀਂ ਨਾ ਹੈ। ਸਾਡੀ ਹੈ ਕੋਈ? ਆ ਹੁਣ ਬੈਠੇ, ਕੀ ਪਤਾ 10 ਮਿੰਟਾਂ ਬਾਅਦ ਕਿਹੜੀ ਖਬਰ ਲੱਗ ਜਾਵੇ। ਸਤਿਗੁਰੂ ਆਖਦੇ ਨੇ ਇਸ ਲਈ ਇਹ ਮਿਲਿਆ ਨਾ, ਇਹ ਤੇਰਾ ਅਵਸਰ, ਇਹ ਤੇਰੀ ਬਾਰ, ਤੇਰੇ ਕੋਲੇ ਇਹ ਵਾਰੀ ਹੈ, ਤੇਰੇ ਕੋਲੇ ਇਹ ਮੌਕਾ ਹੈ। ਘਟ ਭੀਤਰ ਤੂੰ ਦੇਖ ਵਿਚਾਰ, ਆਪਣੇ ਅੰਦਰ ਝਾਤੀ ਮਾਰ, ਜੀਵਨ ਨੂੰ ਪੜਚੋਲ ਆਪਣੇ ਨੂੰ, ਇਹ ਕਾਹਦੇ ਲਈ ਮਿਲਿਆ ਹੈ। ਤੇ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਨਾ, ਉਹ ਸੱਚ ਵੱਲ ਨੂੰ ਤੁਰਨ ਲੱਗ ਪੈਂਦੇ ਨੇ। ਤੇ ਇਹ ਵੀ ਕਹਿਣ ਦੇਣਾ, ਤੁਰੇ ਤੋਂ ਬਿਨਾ ਕੰਮ ਵੀ ਨਹੀਂ ਚੱਲਣਾ। ਜੇ ਕੋਈ ਆਖੇ ਨਾ ਕਿ ਜੀ ਅਸੀਂ ਨਹੀਂ ਤੁਰਨਾ, ਸਾਨੂੰ ਤੇ ਨਾ ਸਾਡੇ ਜਿਹੜੇ ਪੰਡਿਤ ਜੀ ਉਹ ਪਹੁੰਚਾ ਦੇਣਗੇ, ਜਿਹੜੇ ਗੁਰਦੁਆਰੇ ਬਾਬਾ ਜੀ ਭਾਈ ਸਾਹਿਬ ਜੀ
ਉਹ ਅਰਦਾਸ ਕਰਕੇ ਸਾਨੂੰ ਪਹੁੰਚਾ ਦੇਣਗੇ ਜੀ ਇੱਥੋਂ ਰੱਬ ਦੇ ਘਰੇ। ਨਹੀਂ, ਕੋਈ ਨਹੀਂ ਪਹੁੰਚਾ ਸਕਦਾ। ਲੋੜ ਹੀ ਨਹੀਂ ਸੀ ਨਾ ਫਿਰ ਤੇ। ਭਗਤ ਕਬੀਰ ਜੀ, ਭਗਤ ਸੂਰਦਾਸ ਜੀ, ਬਾਬਾ ਫਰੀਦ ਜੀ, ਨਾਮਦੇਵ ਜੀ, ਰਵਿਦਾਸ ਜੀ, ਇਹਨਾਂ ਨੂੰ ਕੀ ਲੋੜ ਸੀਗੀ ਭਗਤੀ ਕਰਨ ਦੀ? ਠੀਕ ਹੈ, ਸੰਸਾਰ ਦੇ ਕਾਰ ਵਿਹਾਰ ਕਰਨੇ ਨੇ, ਉਹਨਾਂ ਨੇ ਵੀ ਕੀਤੇ, ਖੱਡੀਆਂ ਵੀ ਬੁਣੀ, ਜੁੱਤੀਆਂ ਵੀ ਗੰਢੀਆਂ। ਕੱਲ ਪਰਸੋਂ ਨਾ ਬੱਚੇ ਨੇ ਇੱਕ ਸਵਾਲ ਪੁੱਛਿਆ, ਉਹਨਾਂ ਦਾ ਇੱਕ ਸ਼ਬਦ ਹੈ ਬਾਬਾ ਰਵਿਦਾਸ ਸਾਹਿਬ ਦਾ। ਉਹ ਕਹਿੰਦੇ, ਚਮਰਟਾ ਗਾਂਠ ਨਾ ਜਨੀ, ਲੋਕ ਗਠਾਵੇਂ ਪਨਹੀ। ਆਪਣੀ ਜ਼ਾਤ ਨੂੰ ਵਰਤਦੇ ਨੇ ਬੋਲਦੇ ਹੋਏ। ਕਹਿੰਦੇ ਮੈਂ ਚਮਿਆਰ ਹਾਂ, ਗਾਂਠ ਨਾ ਜਨੀ। ਕਹਿੰਦੇ ਮੈਨੂੰ ਜੁੱਤੀਆਂ ਗੰਢਣੀਆਂ ਤੇ ਆਉਂਦੀਆਂ ਨੇ, ਬਹੁਤ ਸੋਹਣੀਆਂ ਮੈਂ ਗੱਠ ਲੈਣਾ ਜੁੱਤੀਆਂ। ਬਹੁਤ ਜ਼ਿਆਦਾ ਟੁੱਟੀ ਹੋਵੇ ਉਹਨੂੰ ਵੀ ਮੈਂ ਗੱਠ ਕੇ ਇਹੋ ਜਿਹੀ ਬਣਾ ਦੇਣਾ, ਦੇਖਣ ਵਾਲਾ ਵੀ ਕਹਿੰਦਾ ਕਮਾਲ ਕਰ ਦਿੱਤੀ। ਚਮਰਟਾ ਗਾਂਠ ਨਾ ਜਨੀ, ਲੋਕ ਗਠਾਵੇਂ ਪਨਹੀ। ਪਰ ਹੇ ਰੱਬ ਜੀ, ਮੈਨੂੰ ਅਸੰਸਾਰਿਕ ਜੁੱਤੀਆਂ ਤੇ ਗੱਠਣੀਆਂ ਆਉਂਦੀਆਂ ਨੇ, ਮੈਂ ਇਹਨਾਂ ਨੂੰ ਤੇ ਗੰਢ ਲੈਣਾ, ਪਰ ਮੈਨੂੰ ਆਪਣੀ ਸਰੀਰ ਰੂਪੀ ਜੁੱਤੀ ਨਹੀਂ ਗੱਠਣੀ ਆਈ। ਇਹਨੂੰ ਕਿਵੇਂ ਗੱਠੀਏ? ਇਹ ਤੇ ਥਾਂ ਥਾਂ ਤੋਂ ਪਾਟੀ ਪਈ ਹੈ। ਤੁਸੀਂ ਆਖੋਗੇ ਸਰੀਰ ਕਿੱਥੋਂ ਪਾਟਿਆ ਪਿਆ? ਨਹੀਂ, ਵਿਕਾਰਾਂ ਦੇ ਵਿੱਚ। ਪਾਟਣਾ ਦੇ ਅਰਥ ਟੁੱਟਣਾ, ਤੇ ਜਿੱਥੇ ਗੱਲ ਚੀਜ਼ ਟੁੱਟੀ ਹੋਈ ਹੋਵੇ ਨਾ, ਉੱਥੋਂ ਹਵਾ ਅੰਦਰ ਜਾਂਦੀ ਜਾਂਦੀ ਹੈ। ਟੁੱਟਿਆ ਤੁਸੀਂ ਕੁਝ ਵੀ ਪਸੰਦ ਨਹੀਂ ਕਰਦੇ। ਕੱਪ ਟੁੱਟ ਜਾਵੇ ਤੁਹਾਡਾ ਚਾਹ ਵਾਲਾ, ਬਾਹਰ ਸੁੱਟਦੇ ਹੋ। ਪਲੇਟ ਟੁੱਟ ਜਾਵੇ, ਬਾਹਰ ਸੁੱਟਦੇ ਹੋ, ਰੱਖਦੇ ਹੋ ਟੁੱਟੀ ਹੋਈ ਚੀਜ਼। ਤੇ ਜਿਹੜਾ ਸਾਡਾ ਅੰਦਰ ਖਿਲ ਰਿਹਾ ਪਿਆ ਦਾਸ ਤੇ ਇੱਥੋਂ ਤੱਕ ਵੀ ਬੇਨਤੀ ਕਰਦਾ ਹੁੰਦਾ, ਆਹ ਕੱਪੜੇ ਦੇ ਦਈਏ ਨਾ ਪਾਉਣ ਨੂੰ, ਸੂਟ, ਉਹਦੇ ਉੱਤੇ ਜੇ ਵੱਟ ਪਏ ਹੋਣ ਨਾ, ਨਿੱਕਾ ਜਿਹਾ ਬੱਚਾ ਵੀ ਕਹਿੰਦਾ ਹੈ ਇਹਨੂੰ ਪ੍ਰੈਸ ਮਾਰ ਕੇ ਸਿੱਧਾ ਕਰੋ। ਕਿਉਂ? ਇਹਦੇ ਵਿੱਚ ਵੱਟ ਪਏ ਹੋਏ ਨੇ। ਆਪਣੇ ਆਪ ਨੂੰ ਵਿਚਾਰੀਏ, ਸਾਡੇ ਅੰਦਰ ਕਿੰਨੇ ਵੱਟ ਪਏ ਹੋਏ ਨੇ। ਜੇ ਸਾਨੂੰ ਵੱਟ ਵਾਲਾ ਕੱਪੜਾ ਨਹੀਂ ਨਾ ਪਸੰਦ ਹੈ, ਰੱਬ ਨੂੰ ਕਿੱਥੇ ਪਸੰਦ ਆ ਜਾਵੇਗਾ? ਦਾਤਾ ਜੀ ਤੇ ਬਾਣੀ ਵਿੱਚ ਕਹਿੰਦੇ ਵੀ ਨੇ ਨਾ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਹੇ ਰੱਬ ਜੀ, ਮੇਰਾ ਸਰੀਰ ਤੇ ਸੰਸਾਰ ਦੇ ਪਦਾਰਥਾਂ ਵਿੱਚ, ਵਾਸ਼ਨਾਵਾਂ ਦੇ ਵਿੱਚ ਲਿਬੜਿਆ ਪਿਆ ਹੈ। ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਧਨ ਸਿੱਜੇ ਜਾਏ। ਪਰਮਾਤਮਾ ਨੂੰ ਕਹਿੰਦੇ ਇਹੋ ਜਿਹਾ ਸਰੀਰ ਰੂਪੀ, ਆਤਮਾ ਰੂਪੀ ਚੋਲਾ ਪਸੰਦ ਹੀ ਨਹੀਂ ਆਉਂਦਾ। ਕਿਉਂ? ਲਿਬੜਿਆ ਪਿਆ ਹੈ। ਆਪਾਂ ਨਹੀਂ ਲਿਬੜੀ ਹੋਈ ਪਾਉਂਦੇ ਤੇ ਉਧਰ ਕਿੱਦਾਂ ਹੋ ਜਾਏਗਾ? ਤੇ ਇਹ ਦਾਗ ਜਿਹੜੇ ਨੇ ਨਾ, ਕੋਈ ਹੋਰ ਨਹੀਂ ਧੋ ਸਕਦਾ, ਇਹ ਸਾਨੂੰ ਆਪ ਧੋਣੇ ਪੈਂਦੇ ਨੇ। ਉਹਦਾ ਢੰਗ ਹੈ। ਉਹ ਢੰਗ ਕੀ ਹੈ? ਸਤਿਗੁਰੂ ਬਾਣੀ ਵਿੱਚ ਸਮਝਾਉਂਦੇ ਨੇ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾ ਮੈਂ ਕਹਿ ਰੰਗ। ਸਤਿਗੁਰੂ ਰਹਿਮਤ ਕਰਨ ਆਓ, ਅੱਜ ਦੇ ਪਾਵਨ ਪਵਿੱਤਰ ਬਚਨਾਂ ਦੇ ਵਿਚਾਰ ਵੱਲ ਤੁਰੀਏ। ਢੱਡਾ ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਨਾਣੇ ਅੱਖਰ ਤੋਂ ਕੀ ਪ੍ਰੇਰਣਾ ਦਿੱਤੀ ਹੈ? ਵਿਚਾਰ ਦੇ ਨਾਲ ਜੁੜਨ ਤੋਂ ਪਹਿਲਾਂ ਆਪ ਜੀ ਜਿੰਨੇ ਵੀ ਸਰੀਰ ਪਾਤਸ਼ਾਹ ਜੀ ਦੇ ਹਜ਼ੂਰ ਜੁੜੇ ਹੋ, ਘਰਾਂ ਵਿੱਚ ਬਹਿ ਕੇ ਸਰਵਣ ਕਰ ਰਹੇ ਹੋ, ਵਿਦੇਸ਼ ਤੋਂ ਵੀ ਸੰਗਤਾਂ ਸਰਵਣ ਕਰਦੀਆਂ ਨੇ, ਸਤਿਗੁਰੂ ਦੇ ਅੱਗੇ ਅਰਦਾਸ ਹੈ ਦਾਤਾ ਜੀ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ। ਆਓ ਪਿਆਰ ਨਾਲ ਸਾਰੇ ਜਪਣਾ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪਣੇ ਟੀਚਰ ਨੂੰ ਪੜ੍ਹਾ ਰਹੇ ਨੇ। ਟੀਚਰ ਨੂੰ ਪੜ੍ਹਾ ਰਹੇ ਨੇ। ਕਈ ਵਾਰੀ ਨਾ ਸਾਨੂੰ ਇਹ ਵੀ ਭੁਲੇਖਾ ਰਹਿ ਜਾਂਦਾ ਕਿ ਅਸੀਂ ਬਹੁਤ ਕੁਝ ਪੜ੍ਹ ਗਏ ਹਾਂ। ਦੁਨਿਆਵੀ ਤੌਰ ਤੇ ਪੜ੍ਹ ਜਾਓਗੇ, ਪਰ ਇੱਥੇ ਜਦੋਂ ਵੀ ਆਉਣਾ ਨਾ, ਇੱਥੇ ਅਨਪੜ੍ਹ ਬਣ ਕੇ ਆਉਣਾ ਪੈਣਾ ਹੈ। ਅਨਪੜ੍ਹ ਦੇ ਅਰਥ ਮੈਨੂੰ ਕੁਝ ਨਹੀਂ ਆਉਂਦਾ, ਕਹਿਣਾ ਪੈਂਦਾ ਇੱਥੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਕਰ ਰਿਹਾ, ਜਾਂ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਸਾਡੇ ਕੋਲ ਸੰਸਾਰਿਕ ਗਿਆਨ ਹੈ। ਸੰਸਾਰਿਕ ਗਿਆਨ ਸਾਨੂੰ ਸੰਸਾਰ ਵਿੱਚ ਰਹਿਣਾ ਤੇ ਸਿਖਾ ਸਕਦਾ ਹੈ, ਪਰ ਨਿਰੰਕਾਰ ਦਾ, ਪ੍ਰਮਾਤਮਾ ਦਾ ਪ੍ਰੇਮ ਕਿਵੇਂ ਮਿਲੇ, ਉਹ ਸਾਨੂੰ ਗੁਰੂ ਦੇ ਕੋਲੋਂ ਸਿੱਖਣਾ ਪੈਣਾ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪਾਂਧਾ ਜੀ ਨੂੰ ਪੜ੍ਹਾਉਂਦੇ ਨੇ, ਕੀ ਕਹਿੰਦੇ ਨੇ? ਢੱਡੇ ਢਾਹੇ ਉਸਾਰੇ ਆਪੇ। ਹੁਣ ਇੱਥੇ ਦੁਨੀਆ ਦੇ ਵਿੱਚ ਇੱਕ ਪਰੇਸ਼ਾਨੀ ਹੈ। ਵੇਖੋ, ਇਹ ਸੱਚ ਹੈ, ਜੀਵਨ ਅਤੇ ਮੌਤ ਦੋਹੇ ਪਰਮਾਤਮਾ ਦੇ ਹੱਥ ਵਿੱਚ ਨੇ।
ਹਾਂ, ਇਹ ਹੋ ਸਕਦਾ ਹੈ ਕਿ ਬੰਦਾ ਆਪਣੇ ਕਰਮਾਂ ਕਰਕੇ, ਆਪਣੀ ਭੈੜੀਆਂ ਬਿਰਤੀਆਂ ਕਰਕੇ ਇਸ ਜੀਵਨ ਨੂੰ ਬਰਬਾਦ ਕਰ ਲਵੇ। ਸੁਣਨਾ ਜੀ ਧਿਆਨ ਨਾਲ। ਤੁਸੀਂ ਆਪਣੇ ਬੱਚੇ ਨੂੰ ਪੈਸੇ ਦੇ ਦਿਓ ਫੀਸ ਦੇ, ਉਹ ਮੰਗ ਕੇ ਵੀ ਲੈ ਜਾਵੇ, ਤੁਸੀਂ ਤੇ ਦੇ ਦਿੱਤੇ ਨਾ, ਤੇ ਜਾ ਕੇ ਜਮਾ ਨਾ ਕਰਾਵੇ ਉਹਨਾਂ ਪੈਸਿਆਂ ਨੂੰ ਕਿਸੇ ਐਸ਼ ਵਿੱਚ ਜਾਂ ਕਿਸੇ ਹੋਰ ਗਲਤ ਪਾਸੇ ਉਡਾ ਦੇਵੇ। ਤੁਸੀਂ ਆਪਣਾ ਕੰਮ ਕਰ ਦਿੱਤਾ, ਬੱਚੇ ਨੇ ਉਹਨਾਂ ਦੀ ਸਹੀ ਵਰਤੋਂ ਨਹੀਂ ਕੀਤੀ। ਕੱਲ ਨੂੰ ਤੁਹਾਨੂੰ ਯੂਨੀਵਰਸਿਟੀ ਤੋਂ ਜਾਂ ਕਾਲਜ ਤੋਂ ਫੋਨ ਆਉਂਦੇ, ਫੀਸ ਨਹੀਂ ਆਈ, ਤੁਸੀਂ ਬੱਚੇ ਨੂੰ ਪੁੱਛਦੇ ਹੋ। ਫਿਰ ਕੀ ਹੁੰਦਾ ਜੀ, ਜਿਸ ਬਾਪੂ ਨੇ ਦਿੱਤੇ ਹੁੰਦੇ ਨੇ ਫਿਰ ਉਹ ਬੱਚੇ ਦੀ ਖਿਚਾਈ ਕਰਦਾ ਹੈ। ਪਰਮਾਤਮਾ ਨੇ ਸਾਨੂੰ ਇਹ ਜੀਵਨ ਦਿੱਤਾ ਹੈ ਤੇ ਜੀਵਨ ਦੇ ਕੇ ਕਿਹਾ ਹੈ, ਇਹ ਸਵਾਸ ਅਮੋਲਕ ਨੇ, ਇਹਨਾਂ ਨੂੰ ਅਜਾਈ ਨਾ ਗਵਾਈ, ਇਹਨਾਂ ਨੂੰ ਚੰਗੇ ਪਾਸੇ ਲਾਈ। ਜਿਸ ਕੰਮ ਲਈ ਤੈਨੂੰ ਇਹ ਦਿੱਤੇ ਨੇ ਉਹ ਕੰਮ ਕਰੀ। ਜੇ ਨਹੀਂ ਕਰਾਂਗੇ ਤੇ ਫਿਰ ਸਤ ਸੰਗਤ ਗਵਾਏ ਹੋਏ ਦਾ ਤੇ ਭੁਗਤਾਨ ਕਰਨਾ ਪੈਣਾ, ਗਵਾਏ ਹੋਏ ਦਾ ਭੁਗਤਾਨ ਕਰਨਾ ਪੈਣਾ। ਸਤਿਗੁਰੂ ਆਖਦੇ ਨੇ, ਕਈ ਵਾਰੀ ਸਵਾਲ ਹੋ ਜਾਂਦੇ ਨੇ ਜੀ, ਉਹ ਕਹਿੰਦੇ ਜੀ ਹੁਕਮ ਵਿੱਚ ਹੀ ਹੋਵੇਗਾ। ਮੈਂ ਕਿਹਾ ਕੀ? ਕਹਿੰਦੇ ਸ਼ਰਾਬ ਪੀ ਪੀ ਕੇ ਲੀਵਰ ਖਰਾਬ ਹੋ ਗਿਆ, ਕਿਡਨੀਆਂ ਖਰਾਬ ਹੋ ਗਈ, ਮਰ ਗਿਆ। ਕਹਿੰਦੇ ਇਹ ਵੀ ਤੇ ਹੁਕਮ ਵਿੱਚ ਹੀ ਹੈ। ਰੱਬ ਨੂੰ ਨਾ ਬਦਨਾਮ ਕਰੀ ਐਵੇਂ ਧੱਕੇ ਨਾਲ। ਪਰਸੋਂ ਵੀ ਬੇਨਤੀ ਕੀਤੀ ਸੀ, ਰੱਬ ਕਿੱਥੇ ਸਾਧ ਸੰਗਤ ਸ਼ਰਾਬ ਪਿਆਉਣ ਲਈ ਵਿਹਲਾ ਬੈਠਾ ਹੈਗਾ। ਰੱਬ ਸ਼ਰਾਬ ਪਿਆਉਣ ਲਈ ਵਿਹਲਾ ਹੈਗਾ ਜਿਹੜਾ ਸਾਧ ਸੰਗਤ ਲਿਆ ਕੇ ਦੇਵੇਗਾ। ਰੱਬ ਨੇ ਤੇ ਸਾਨੂੰ ਇਹ ਸਰੀਰ ਦਿੱਤਾ ਹੈ। ਮਾਲਕ ਨੇ ਗੱਡੀ ਖਰੀਦ ਲਈ ਹੈ, ਮਾਲਕ ਨੇ ਗੱਡੀ ਖਰੀਦ ਲਈ ਹੈ। ਹੁਣ ਉਹ ਮਾਲਕ ਜਿਹਨੇ ਗੱਡੀ ਖਰੀਦੀ ਹੈ ਉਹਦਾ ਧਿਆਨ ਰੱਖਣਾ ਵੀ ਤੇ ਉਹਦਾ ਬਣਦਾ ਹੈ ਨਾ। ਉਹਨੂੰ ਕਿਵੇਂ ਬਚਾਵੇ? ਜੇ ਪੈਟਰੋਲ ਵਾਲੀ ਹੈ ਤੇ ਪੈਟਰੋਲ ਪਾਵੇ, ਜੇ ਪੈਟਰੋਲ ਵਾਲੀ ਵਿੱਚ ਡੀਜ਼ਲ ਪਵਾਊਗਾ ਤੇ ਖਰਾਬ ਹੋਣੀ ਹੈ। ਅਸੀਂ ਕੀ ਕਰਦੇ ਪਏ? ਤਾਂ ਹੀ ਤੇ ਕਿਹਾ ਭਗਤ ਸਾਹਿਬਾਨਾਂ ਨੇ, ਕਹਿੰਦੇ ਵੇਖੋ ਦੁਨੀਆ ਦਾ ਹਾਲ, ਕਹਿੰਦੇ ਐਸਾ ਜਗ ਦੇਖਿਆ ਜੁਆਰੀ, ਸਭ ਸੁਖ ਮੰਗੇ ਨਾਮ ਵਿਸਾਰੀ। ਦੁਨੀਆ ਕਹਿੰਦੇ ਇਹੋ ਜਿਹਾ ਜੂਆ ਖੇਡਦੀ ਪਈ ਹੈ, ਪਰਮਾਤਮਾ ਨੂੰ ਭੁਲਾ ਕੇ ਤੇ ਸੰਸਾਰ ਦੇ ਪਦਾਰਥ ਮੰਗਦੀ ਪਈ ਹੈ। ਮਾੜੇ ਕਰਮ ਕਰ ਰਹੇ, ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਵਸੇਰਾ। ਜਿਹੜੇ ਮਾੜੇ ਨੇ, ਚੋਰ ਨੇ, ਮਾੜੇ ਕਰਮ ਕਰਦੇ ਨੇ, ਤਿੰਨ ਸੰਗ ਸਦਾ ਵਸੇਰਾ, ਹਮੇਸ਼ਾ ਉਹਨਾਂ ਦੇ ਨਾਲ ਰਹਿੰਦਾ ਹੈ। ਹੁਣ ਇੱਥੇ ਰੱਬ ਦੀ ਗਲਤੀ ਨਹੀਂ, ਇੱਥੇ ਤੇ ਫਾਲਟ ਹੁਣ ਸਾਡਾ ਹੈਗਾ। ਸਤਿਗੁਰੂ ਕਹਿੰਦੇ ਢੱਡੇ ਢਾਹੇ ਉਸਾਰੇ ਆਪੇ। ਪੈਦਾ ਕਰਨ ਵਾਲਾ ਤੇ ਮਾਰਨ ਵਾਲਾ ਬਿਲਕੁਲ ਉਹੀ ਹੈ। ਇਹ ਨਹੀਂ ਕਿ ਉਹ ਧੱਕੇ ਨਾਲ ਹੀ ਕਿਸੇ ਨੂੰ ਮਾਰ ਦਿੰਦਾ, ਬਿਲਕੁਲ ਵੀ ਨਹੀਂ। ਸਤਿਗੁਰੂ ਕਹਿੰਦੇ ਲਿਖ ਹੈ ਬੋਲਣ ਬੋਲਣਾ, ਲਿਖ ਹੈ ਖਾਣਾ ਖਾਓ। ਸਾਡਾ ਜਿਹੜਾ ਜੀਵਨ ਹੈ ਨਾ ਉਹ ਪਰਮਾਤਮਾ ਦੇ ਹੁਕਮ ਮੁਤਾਬਕ ਹੈ। ਇਹਨੂੰ ਥੋੜਾ ਜਿਹਾ ਹੋਰ ਸਮਝ ਲਈਏ, ਗੱਲ ਪਕੜ ਵਿੱਚ ਆ ਜਾਏਗੀ। ਹੁਣ ਇਹ ਨਾ ਸਮਝ ਲੈਣਾ ਕਿ ਜੀ ਕੋਈ ਸਾਰੀ ਜ਼ਿੰਦਗੀ, ਹੁਣ ਹੁੰਦਾ ਕਈ ਵਾਰ ਨਾ ਗੱਡੀ ਦੇ ਵਿੱਚ ਇੱਕ ਰੇਸ ਦਿੱਤੀ ਹੋਈ ਹੈ, ਉਹਨਾਂ ਨੇ ਰੈੱਡ ਵੀ ਲਾਇਆ ਹੋਇਆ ਇੱਕ ਨਿਸ਼ਾਨ ਨਾ। ਜੇ ਕੋਈ ਹੱਦ ਤੋਂ ਵੱਧ ਸਪੀਡ ਤੇ ਚਲਾਊਗਾ ਤੇ ਅੱਗੇ ਜਾ ਕੇ ਟੱਕਰ ਮਾਰ ਕੇ ਕਿਸੇ ਖੱਡ ਵਿੱਚ ਜਾ ਕੇ ਡਿੱਗੂਗਾ, ਤੁਸੀਂ ਕੀ ਆਖੋਗੇ? ਤੇ ਰੱਬ ਦਾ ਹੁਕਮ ਸੀ? ਬਿਲਕੁਲ ਵੀ ਨਹੀਂ, ਇਹ ਰੱਬ ਦਾ ਹੁਕਮ ਨਹੀਂ ਸੀ। ਇਹ ਤੇ ਤੂੰ ਆਪਣੀ ਜੜ ਜਾਂ ਆਪਣੇ ਕਰਮ ਆਪ ਭੋਗੇ ਨੇ, ਤੂੰ ਆਪਣੀ ਜੜ ਆਪ ਪੱਟ ਲਈ ਹੈ। ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਤੇ ਸਮਝਾਇਆ ਨਾ ਜੀ ਐਮਨਾਬਾਦ ਵਾਲਿਆਂ ਨੂੰ ਪਹਿਲਾਂ ਜਾ ਕੇ। ਉਹ ਕਹਿੰਦੇ ਭਾਈ ਤੁਸੀਂ ਇਹ ਗਲਤ ਕੰਮ ਕਰ ਰਹੇ ਹੋ। ਕਹਿੰਦੇ ਕੀ? ਕਹਿੰਦੇ ਤੁਸੀਂ ਗਰੀਬਾਂ ਦੇ ਉੱਤੇ ਜ਼ੁਲਮ ਕਰਦੇ ਹੋ, ਉਹਨਾਂ ਦੀਆਂ ਧੀਆਂ ਬੇਟੀਆਂ ਚੁੱਕ ਲਿਆਉਂਦੇ ਹੋ, ਉਹਨਾਂ ਦੇ ਨਾਲ ਫਿਰ ਤੁਸੀਂ ਕੁਕਰਮ ਕਰਦੇ ਹੋ, ਇਹ ਗੱਲ ਮਾੜੀ। ਉਹ ਕਹਿੰਦੇ ਬਾਬਾ ਐਵੇਂ ਨਾ ਬੋਲ, ਤੂੰ ਜਾ ਆਪਣੇ ਰਸਤੇ ਲੱਗ। ਸਤਿਗੁਰੂ ਨੇ ਤੇ 2-3 ਵਾਰੀ ਕਿਹਾ ਨਾ। ਹੁਣ ਉਹ ਨਹੀਂ ਮੰਨੇ ਤੇ ਉਹਦਾ ਰਿਜ਼ਲਟ ਫਿਰ ਅੱਗੇ ਨਿਕਲਿਆ। ਜਦੋਂ ਬਾਬਰ ਚੜ੍ਹ ਕੇ ਆਇਆ, ਜਿਵੇਂ ਉਹ ਕਰਦੇ ਸੀ ਬਿਲਕੁਲ ਉਦਾਂ ਹੀ ਉਹਨਾਂ ਦੇ ਨਾਲ ਹੋਇਆ, ਬਿਲਕੁਲ ਹੋਇਆ ਜੀ ਉਦਾਂ ਹੀ। ਆ ਪੜੋ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਹਾ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜ਼ੋਰੀ ਮੰਗੇ ਦਾਨ ਵੇ ਲਾਲੋ। ਹੁਣ ਆ ਗਿਆ ਫਿਰ ਉਹ, ਜ਼ੋਰੀ ਮੰਗੇ ਦਾਨ ਵੇ ਲਾਲੋ। ਧੱਕੇ ਦੇ ਨਾਲ ਇਹਨਾਂ ਦੀਆਂ ਇਸਤਰੀਆਂ ਚੁੱਕ ਕੇ ਲੈ ਗਿਆ।
ਜਿਨ ਸਿਰ ਸੋਹਣ ਪੱਟੀਆਂ, ਜਿਨ੍ਹਾਂ ਦੇ ਸਿਰਾਂ ਉੱਤੇ ਵਾਲਾਂ ਦੀਆਂ ਸੋਹਣੀਆਂ ਪੱਟੀਆਂ ਸ਼ੋਭਦੀਆਂ ਸਨ। ਮੰਗੀ ਪਾਏ ਸੰਧੂਰ, ਜਿਹੜੀ ਆਪਣੀ ਮੰਗ ਵਿੱਚ ਸੰਧੂਰ ਭਰਦੀਆਂ ਸਨ। ਹੋਇਆ ਕੀ ਜੀ, ਸੇ ਸਿਰ ਕਾਤੀ ਮੁੰਨੀਆਂ, ਗੱਲ ਵਿੱਚ ਆਵੇ ਧੂੜ। ਬਾਬਰ ਨੇ ਉਹਨਾਂ ਦੇ ਸਿਰ ਮੁੰਨ ਦਿੱਤੇ। ਹੁਣ ਇਹ ਨਾ ਸਮਝ ਲੈਣਾ ਇਹ ਹੁਕਮ ਵਿੱਚ ਹੋਇਆ, ਖਿਮਾ ਕਰਨਾ ਨਹੀਂ। ਹੁਣ ਇਹਨੂੰ ਹੁਕਮ ਨਾ ਕਹਿ ਦੇਣਾ। ਰੱਬ ਕਿਉਂ ਚਾਹੇਗਾ ਕਿ ਕਿਸੇ ਦਾ ਸਿਰ ਮੁੰਨ ਦਿੱਤਾ ਜਾਵੇ? ਰੱਬ ਨਹੀਂ ਚਾਹੁੰਦਾ। ਹਾਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜਿਹੋ ਜੇ ਉਹਨਾਂ ਨੇ ਕਰਮ ਕੀਤੇ ਉਹੋ ਜਿਹਾ ਉਹਨਾਂ ਨੂੰ ਭੁਗਤਣਾ ਪਿਆ, ਉਹੋ ਜਿਹਾ ਉਹਨਾਂ ਨੂੰ ਭੁਗਤਣਾ ਪਿਆ। ਪਰ ਸਾਡੀ ਕੀ ਫਿਤਰਤ ਹੈ ਜੀ, ਅਸੀਂ ਕਹਿੰਦੇ ਜੀ ਕਾਪੀ ਦੇ ਵਿੱਚ ਵੀ ਸਾਡਾ ਬੱਚਾ ਕੁਝ ਨਾ ਲਿਖ ਕੇ ਆਵੇ, ਕਾਪੀ ਵੀ ਕੋਰੀ ਛੱਡ ਆਵੇ ਤੇ ਟੀਚਰ ਇਹਨੂੰ ਨੰਬਰ ਵੀ ਪੂਰੇ ਦਵੇ। ਇਹ ਤੇ ਨਹੀਂ ਨਾ ਹੋ ਸਕਦਾ। ਮੌਕਾ ਮਿਲਿਆ ਹੈ, ਉਸ ਮੌਕੇ ਨੂੰ ਵਿਹਾਜ ਲੈਣਾ, ਉਸ ਮੌਕੇ ਨੂੰ ਭੁਨਾ ਲੈਣਾ ਜਾਂ ਉਸ ਮੌਕੇ ਦਾ ਫਾਇਦਾ ਲੈਣਾ, ਉਹ ਸਾਡੇ ਹੱਥ ਵਿੱਚ ਹੈ। ਹਾਂ, ਜੀਵਨ ਅਤੇ ਮੌਤ ਦੋਵੇਂ ਹੁਕਮ ਵਿੱਚ ਨੇ। ਹੁਕਮ ਦੇ ਅਰਥ ਜਿਹੜਾ ਜੀ ਪੈਦਾ ਹੋਇਆ ਉਹਦੀ ਮੌਤ ਨਿਸ਼ਚਿਤ ਹੈ। ਹੋ ਸਕਦਾ ਹੈ ਸਤ ਸੰਗਤ ਕੋਈ ਸਮਾਂ ਪਾ ਕੇ ਹੋਰ ਲੰਮੇਰੀ ਜਿਹੜੀ ਹੈ ਜ਼ਿੰਦਗੀ ਜਿਉਂ ਕੇ ਮਰੇ। ਹੁਣ ਅੱਜ ਵੀ ਡਾਕਟਰਾਂ ਨੂੰ ਪੁੱਛੋ, ਉਹ ਕਹਿੰਦੇ ਜੇ ਤੁਸੀਂ ਬਹੁਤਾ ਜੰਕ ਫੂਡ ਖਾਣਾ ਬੰਦ ਕਰ ਦਿਓ, ਆਹ ਚੀਜ਼ਾਂ ਸੈਰ ਕਰੋ 2 ਘੰਟੇ ਰੋਜ਼, ਕਹਿੰਦੇ ਜੇ ਤੁਸੀਂ 60 ਸਾਲ ਜੀਣਾ ਤੇ ਤੁਸੀਂ 65 ਸਾਲ ਵੀ ਜੀ ਸਕਦੇ ਹੋ। ਡਾਕਟਰ ਕਹਿ ਰਿਹਾ ਹੈ। ਸਿੱਧ ਜਿਹੜੇ ਸੀਗੇ ਉਹਨਾਂ ਨੇ ਆਪਣੀਆਂ ਉਮਰਾਂ ਵਧਾਈਆਂ ਹੋਈਆਂ ਸੀ, 300-300 ਸਾਲ 200-200 ਸਾਲ ਵਧਾ ਲਈਆਂ ਸੀ। ਪਰ ਸਿੱਧਾਂ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਇੱਕ ਗੱਲ ਯਾਦ ਰੱਖਣਾ, ਉਮਰ ਵਧਾ ਲਓ ਘਟਾ ਲਓ, ਜੀਵਨ ਅਤੇ ਮੌਤ ਨਿਸ਼ਚਿਤ ਨੇ। ਜੀਵਨ ਲਿਆ ਹੈ ਤੇ ਮਰੋਗੇ ਜ਼ਰੂਰ। ਹਾਂ, ਇਹ ਗੱਲ ਡਿਪੈਂਡ ਕਰਦੀ ਹੈ। ਕੋਈ 2 ਸਾਲ ਜੀ ਕੇ ਗਏ, ਕੋਈ 100 ਸਾਲ ਜੀ ਕੇ ਗਿਆ, ਕੋਈ 15 ਸਾਲ ਜਿਉਂ ਕੇ ਗਿਆ, ਕੋਈ 115 ਸਾਲ ਜਿਉਂ ਕੇ ਗਿਆ। ਜੀਵਨ ਜਿਉਇਆ ਕਿਹੋ ਜਿਹਾ ਹੈ, ਕਰਮ ਕਿਹੋ ਜਿਹੇ ਕੀਤੇ ਨੇ, ਗੱਲ ਤਾਂ ਉਹਦੇ ਤੇ ਡਿਪੈਂਡ ਕਰਦੀ ਹੈ। ਨਹੀਂ ਤੇ ਕਈ ਵਾਰੀ ਕਈਆਂ ਦੇ ਤੇ ਮਰਨੇ ਤੇ ਵੀ ਲੋਕ ਕਹਿੰਦੇ ਚੰਗਾ ਹੋਇਆ, ਕਹਿੰਦੇ ਗੰਦ ਨਿਕਲਿਆ। ਇੱਥੋਂ ਤੱਕ ਵੀ ਵਰਤ ਕਰ, ਮੈਨੂੰ ਖਿਮਾ ਕਰਨਾ ਮੈਂ ਸ਼ਬਦ ਵਰਤਿਆ, ਚੰਗਾ ਹੋਇਆ ਕਹਿੰਦੇ ਮਰ ਗਿਆ। ਤੇ ਬਾਬਾ ਜੀ ਦੀ ਬਾਣੀ ਦੇ ਵਿੱਚ ਤੁਹਾਡੇ ਸਨਮੁਖ ਉਦਾਹਰਣ ਵੀ ਰੱਖ ਦੇਣਾ। ਪਤਾ ਕੀ ਕਹਿੰਦੇ ਸਤਿਗੁਰੂ? ਕਬੀਰ ਸਾਕਤ ਤੇ ਸੂਕਰ ਭਲਾ। ਸੁਣਨਾ ਜੀ ਧਿਆਨ ਨਾਲ। ਕਹਿੰਦੇ ਜਿਹੜਾ ਰੱਬ ਦਾ ਨਾਮ ਨਹੀਂ ਨਾ ਜਪਦਾ, ਸਿਰਫ ਮਾਇਆ ਦੇ ਮਗਰ ਦੌੜਿਆ ਫਿਰਦਾ। ਕਬੀਰ ਸਾਕਤ ਤੇ ਸੂਕਰ ਭਲਾ, ਰਾਖੈ ਆਛਾ ਗਾਉ, ਉਹ ਸਾਕਤ ਬਪਰਾ ਮਰ ਗਿਆ, ਕੋਏ ਨਾ ਲੈ ਹੈ ਨਾਉ। ਕਬੀਰ ਸਾਕਤ ਤੇ ਸੁਕਰ। ਸਾਕਤ ਉਹ ਜਿਹੜਾ ਸਿਰਫ ਮਾਇਆ ਦੇ ਮਗਰ ਦੌੜ ਰਿਹਾ, ਰੱਬ ਦੀ ਭਗਤੀ ਨਹੀਂ ਕਰਦਾ। ਸੁਕਰ ਕਹਿੰਦੇ ਨੇ ਜੀ ਸੂਰ ਨੂੰ। ਬਾਬਾ ਜੀ ਕਹਿੰਦੇ ਇੱਕ ਰੱਬ ਦੀ ਭਗਤੀ ਨਾ ਕਰਨ ਵਾਲੇ ਨਾਲੋਂ ਤੇ ਸੂਰ ਚੰਗਾ ਹੈ। ਕਬੀਰ ਸਾਕਤ ਤੇ ਸੂਕਰ ਭਲਾ, ਰਾਖੈ ਆਛਾ ਗਾਉ। ਉਹ ਕਹਿੰਦੇ ਜਦੋਂ ਸੂਰ ਆਉਂਦਾ ਨਾ, ਪਿੰਡ ਦੇ ਆਲ ਦੁਆਲ ਜਿਹੜੀ ਗੰਦਗੀ ਗਲੀਆਂ ਵਿੱਚ ਪਈ ਹੋਈ ਹੈ, ਘੱਟੋ ਘੱਟ ਉਹ ਤੇ ਖਾ ਕੇ ਸਾਫ਼ ਕਰ ਦਿੰਦਾ। ਆ ਕਹਿੰਦੇ ਜਿਹੜਾ ਰੱਬ ਤੋਂ ਟੁੱਟਿਆ ਤੇ ਗੰਦਗੀ ਫੈਲਾ ਰਿਹਾ ਹੈ, ਇਹ ਤੇ ਗੰਦਗੀ ਫੈਲਾ ਰਿਹਾ ਹੈ ਨਾ, ਕਿਸੇ ਨੂੰ ਮਾੜਾ ਕਰਦਾ, ਕਿਸੇ ਦੇ ਨਾਲ ਦਗਾ ਕਰਦਾ, ਕੁਕਰਮ ਕਰਦਾ। ਕਬੀਰ ਸਾਕਤ ਤੇ ਸੂਕਰ ਭਲਾ, ਰਾਖੈ ਆਛਾ ਗਾਉ। ਉਹ ਕਹਿੰਦੇ ਪਿੰਡ ਦੀ ਨਗਰ ਦੀ ਸਫਾਈ ਤੇ ਕਰਦਾ, ਉਹ ਸਾਕਤ ਬਪਰਾ ਮਰ ਗਿਆ। ਕਹਿੰਦੇ ਉਹ ਜਿਹੜਾ ਸਾਕਤ ਸੀ ਉਹ ਮਰ ਗਿਆ, ਕੋਏ ਨਾ ਲੈ ਹੈ ਨਾਉ। ਉਹਨੂੰ ਕੋਈ ਕਹਿੰਦੇ ਨਾ ਲੈ ਕੇ ਯਾਦ ਵੀ ਨਹੀਂ ਕਰਦਾ। ਗੰਦਗੀ ਪਈ ਹੋਵੇ, ਲੋਕੀ ਫੇਰ ਵੀ ਕਹਿ ਦਿੰਦੇ ਨੇ ਲੱਗਦਾ 2-3 ਦਿਨ ਹੋ ਗਏ ਸੂਰ ਨੇ ਗੇੜਾ ਨਹੀਂ ਮਾਰਿਆ, ਨਹੀਂ ਤੇ ਸਾਰੀ ਸਾਫ਼ ਹੀ ਕਰ ਦਿੰਦਾ। ਹੁਣ ਵੇਖੋ, ਬੰਦੇ ਦਾ ਨਹੀਂ ਨਾਂ ਲਿਆ, ਸੂਰ ਨੂੰ ਯਾਦ ਕਰ ਲਿਆ, ਫਿਰ ਇਹੋ ਜਿਹੇ ਭੈੜੇ ਜੀਵਨ ਦਾ ਕਰਨਾ ਕੀ ਹੈ? ਸਤਿਗੁਰੂ ਕਹਿੰਦੇ ਉਮਰ ਵਧਾਉਣੀ, ਉਮਰ ਘਟਾਉਣੀ ਦਾ ਮਤਲਬ ਨਹੀਂ ਹੈ। ਜੀਵਨ ਨੂੰ ਜਿਉਇਆ ਕਿਹੜੇ ਢੰਗ ਨਾਲ ਹੈ, ਜੀਵਨ ਨੂੰ ਜਿਉਇਆ ਕਿਹੜੇ ਢੰਗ ਨਾਲ ਹੈ, ਪ੍ਰਮਾਣ ਕਿਹਦਾ ਜੀਵਨ ਹੋਇਆ ਹੈ। ਫਿਰ ਪਤਾ ਚੱਲਦਾ ਕਿ ਹਾਂ, ਜਿਨ੍ਹਾਂ ਨੇ ਸੱਚ ਨੂੰ ਆਰਾਧਿਆ, ਜਿਹੜਾ ਨੇ ਪ੍ਰਮਾਤਮਾ ਦੀ ਭਗਤੀ ਕੀਤੀ, ਉਹਨਾਂ ਦਾ ਪ੍ਰਮਾਣ ਹੋਇਆ ਹੈ। ਦਾਤਾ ਜੀ ਕਹਿੰਦੇ ਢੱਡੇ ਢਾਹ ਉਸਾਰੇ ਆਪੇ। ਪ੍ਰਮਾਤਮਾ ਨੇ ਕਹਿੰਦੇ ਇਹ ਜੀਵਨ ਬਣਾਇਆ ਹੈ, ਕਰਤੇ ਨੇ ਕਿ ਇਸ ਸਰੀਰ ਨੂੰ ਬਣਾਇਆ ਤੇ ਇੱਕ ਦਿਨ ਉਹਦੇ ਹੁਕਮ ਵਿੱਚ ਇਹ ਮਿਟ ਜਾਣਾ ਹੈ। ਜਿਉਂ ਤਿਸ ਭਾਵੈ ਤਿਵੇਂ ਕਰੇ। ਤੇ ਵੇਖੋ, ਮੇਰੀ ਮਰਜ਼ੀ ਹੈ, ਜੇ ਮੈਂ ਇੱਥੇ ਕੁਝ ਕਰਨ ਲੱਗ ਜਾਵਾਂ ਨਾ, ਮੈਂ ਇੱਕ ਪ੍ਰਬੰਧ ਦੇ ਅਧੀਨ, ਮੈਂ ਆਪਣੀ ਮਰਜ਼ੀ ਨਾਲ ਕੁਝ ਕਰਾਂ, ਮੈਨੂੰ ਪ੍ਰਬੰਧਕ ਰੋਕ ਸਕਦੇ ਨੇ।
ਮੈਨੂੰ ਪ੍ਰਬੰਧਕ ਰੋਕ ਸਕਦੇ ਨੇ। ਜੇ ਪ੍ਰਬੰਧਕ ਕਰਨ, ਪ੍ਰਬੰਧਕਾਂ ਤੋਂ ਉੱਤੇ ਸੰਗਤ ਹੈਗੀ, ਉਹਨਾਂ ਨੂੰ ਟੋਕ ਸਕਦੀ ਹੈ। ਦੁਨੀਆ ਦੇ ਕਿਸੇ ਵੀ ਬੰਦੇ ਨੂੰ ਕਿਸੇ ਵੀ ਢੰਗ ਨਾਲ ਟੋਕਿਆ ਜਾ ਸਕਦਾ ਹੈ, ਪਰ ਸਤਿਗੁਰੂ ਆਖਦੇ ਨੇ ਪ੍ਰਮਾਤਮਾ ਨੂੰ ਕੋਈ ਨਹੀਂ ਜੇ ਟੋਕ ਸਕਦਾ। ਉਹ ਤੇ ਸਾਰੀ ਦੁਨੀਆ ਦਾ ਮਾਲਕ ਹੈ ਨਾ। ਉੱਚੇ ਉੱਪਰ ਉੱਚਾ ਨਾਉ ਜੇ ਉਹਦੇ ਤੋਂ ਉੱਤੇ ਹੈ ਕੋਈ, ਤੇ ਉਹ ਸਿਰਫ ਉਹਦਾ ਨਾਮ ਹੈ, ਉਹ ਆਪ ਹੈ। ਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ, ਸਤਿਗੁਰੂ ਕਹਿੰਦੇ ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਧਿਆਨ ਨਾਲ ਸੁਣਨਾ ਜੀ ਅਰਥ। ਤੂੰ ਨਿਜ ਪਤ, ਨਿਜ ਦੇ ਅਰਥ ਆਪ, ਆਪਣਾ, ਪਤ ਦੇ ਅਰਥ ਪਤੀ। ਹੁਣ ਮੇਰਾ ਹੀ ਪਰਿਵਾਰ ਹੈ ਨਾ ਜੀ, ਮੇਰੀ ਧਰਮ ਸੁਪਤਨੀ ਨੇ ਕੁਝ ਲੈਣਾ ਹੋਵੇ ਤੇ ਉਹ ਮੇਰੇ ਨਾਲ ਗੱਲ ਕਰਦੀ ਹੈ, ਮੈਂ ਲੈਣਾ ਹੋਵੇ ਮੈਂ ਉਹਦੇ ਨਾਲ। ਜੇ ਆਪਾਂ ਪਰਿਵਾਰਕ ਤੌਰ ਤੇ ਕੋਈ ਫੈਸਲਾ ਲੈਣਾ ਹੋਵੇ, ਆਪਾਂ ਆਪਣੇ ਕਿਸੇ ਵੱਡੇ ਨੂੰ ਪੁੱਛਦੇ ਹਾਂ। ਇੱਥੇ ਜੇ ਪ੍ਰਬੰਧਕ ਕਮੇਟੀ ਵਿੱਚ ਕੋਈ ਫੈਸਲਾ ਲੈਣਾ ਹੋਵੇ, ਸਾਰੇ ਪ੍ਰਬੰਧਕ ਇਕੱਠੇ ਹੁੰਦੇ ਨੇ, ਉਹ ਫਿਰ ਫੈਸਲਾ ਲੈਂਦੇ ਨੇ। ਸਤਿਗੁਰੂ ਰੱਬ ਦੀ ਗੱਲ ਕਰਦੇ ਨੇ, ਕਹਿੰਦੇ ਤੂੰ ਨਿਜ ਪਤ ਹੈ ਦਾਤਾ। ਹੈ ਰੱਬ ਜੀ, ਤੁਸੀਂ ਆਪਣੇ ਮਾਲਕ ਆਪ ਹੋ। ਤੁਸੀਂ ਆਪਣੇ ਮਾਲਕ ਆਪ ਹੋ। ਤੁਹਾਨੂੰ ਕਿਸੇ ਤੋਂ ਕੋਈ ਪੁੱਛਣ ਦੀ ਲੋੜ ਨਹੀਂ ਹੈ, ਮੈਂ ਕਿਸੇ ਨੂੰ ਕੀ ਦੇਣਾ ਕੀ ਨਹੀਂ ਦੇਣਾ, ਉਹ ਰੱਬ ਦੀ ਮਰਜ਼ੀ ਹੈ। ਇੱਥੇ ਤੇ ਸਾਡੀ ਮਰਜ਼ੀ ਨਹੀਂ ਨਾ ਚੱਲਦੀ। ਚਲੋ ਆਪਾਂ ਕਹੀਏ ਫਿਰ ਵੀ ਆਪਾਂ ਆਜ਼ਾਦ ਹਾਂ, ਫਿਰ ਵੀ ਸਾਡੇ ਸਿਰ ਉੱਤੇ ਕਾਨੂੰਨ ਹੈ, ਆਪਾਂ ਆਪਣੀ ਮਰਜ਼ੀ ਨਹੀਂ ਕਰ ਸਕਦੇ। ਹੁਣ ਮੇਰੇ ਵਰਗੇ ਨੇ ਗਾਤਰਾ ਕਿਰਪਾਨ ਪਾਈ ਹੋਈ ਹੈ, ਮੇਰੇ ਵਰਗਾ ਆਖੇ ਮੈਂ ਇੰਗਲੈਂਡ ਜਾਣਾ, ਅਗਲੇ ਪਹਿਲਾਂ ਕਹਿੰਦੇ ਜੀ ਇਹਨੂੰ ਕੱਢ ਕੇ ਤੇ ਲਪੇਟ ਕੇ ਪੈਕ ਕਰੋ, ਤੁਹਾਨੂੰ 에ਅਰਪੋਰਟ ਤੇ ਜਾ ਕੇ ਮਿਲੂਗੀ, ਤੁਸੀਂ ਅੰਦਰ ਨਹੀਂ ਪਾ ਕੇ ਬੈਠ ਸਕਦੇ। ਮੈਂ ਧੱਕਾ ਕਰਾਂ, ਅਗਲਿਆਂ ਨੇ ਕਿ ਆਪਣੇ ਘਰੇ ਰਹੋ, ਅਸੀਂ ਨਹੀਂ ਤੁਹਾਨੂੰ ਬਿਠਾਣਾ ਜਹਾਜ਼ ਵਿੱਚ। ਮੇਰੀ ਮਰਜ਼ੀ ਨਹੀਂ ਨਾ ਚੱਲੀ, ਨਹੀਂ ਚੱਲੇਗੀ ਸਾਡੀ ਮਰਜ਼ੀ। ਸਤਿਗੁਰੂ ਕਹਿੰਦੇ ਤੂੰ ਨਿਜ ਪਤ ਹੈ ਦਾਤਾ। ਰੱਬ ਪਰਮਾਤਮਾ ਦੀ ਆਪਣੀ ਮਰਜ਼ੀ, ਆਪੇ ਜਾਣੇ ਆਪੇ ਦੇ, ਆਖੇ ਸੇ ਭੇ ਕਈ ਕੇ। ਸਤਿਗੁਰੂ ਕਹਿੰਦੇ ਉਹ ਆਪ ਜਾਣਦਾ, ਆਪ ਦੇ ਰਿਹਾ, ਆਖੇ ਸੇ ਭੇ ਕਈ ਕੇ। ਭਾਵੇਂ ਉਹਨੂੰ ਕੋਈ ਦੁਨੀਆ ਦੇ ਲੋਕ ਜਿੰਨਾ ਮਰਜ਼ੀ ਕੁਝ ਕਹੀ ਜਾਣ, ਉਹਨੇ ਕਰਨੀ ਆਪਣੀ ਮਰਜ਼ੀ ਹੈ। ਫਿਰ ਆਪਾਂ ਕਈ ਵਾਰੀ ਦੁਨੀਆ ਵਿੱਚ ਵੇਖਦੇ ਹਾਂ, ਜਿਹੜਾ ਆਪਣੀ ਮਰਜ਼ੀ ਕਰਦਾ ਹੈ ਨਾ, ਆਪਾਂ ਕੀ ਕਰਦੇ ਹਾਂ, ਠੀਕ ਹੈ ਭਾਈ ਆਪਾਂ ਕੁਝ ਨਹੀਂ ਕਹਿਣਾ, ਹੁਣ ਇਹਨੂੰ ਕਰ ਲੈਣ ਦੇ ਆਪਣੀ ਮਰਜ਼ੀ, ਠੀਕ ਹੈ, ਇਹੀ ਕਹਿੰਦੇ ਆ ਨਾ ਜੀ। ਫਿਰ ਰੱਬ ਨੂੰ ਆਪਾਂ ਕੀ ਕਹਿ ਸਕਦੇ ਹਾਂ? ਉੱਥੇ ਵੀ ਹੱਥ ਜੋੜ ਕੇ ਇਹੀ ਕਹਿਣਾ ਹੈ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਰੱਬ ਜੀ ਜੋ ਤੁਹਾਨੂੰ ਠੀਕ ਲੱਗਦਾ ਨਾ, ਮੈਨੂੰ ਠੀਕ ਲੱਗਦਾ। ਜੇ ਤੇ ਹਵਾ ਚੱਲਦੀ ਹੋਵੇ ਨਾ ਐਨੂੰ, ਤੇ ਤੁਸੀਂ ਯਤਨ ਕਰੋਗੇ ਐਨੂੰ ਚੱਲਣ ਦਾ, ਤੁਹਾਨੂੰ ਤੰਗੀ ਹੋਵੇਗੀ, ਬਿਲਕੁਲ ਪਰੇਸ਼ਾਨ ਹੋਵੋਗੇ। ਜਿਸ ਪਾਸੇ ਨੂੰ ਹਵਾ ਚੱਲੀ, ਜੇ ਉਸ ਪਾਸੇ ਨੂੰ ਚੱਲੋਗੇ, ਇੱਕ ਤੇ ਪਹੁੰਚ ਛੇਤੀ ਜਾਓਗੇ, ਤੁਹਾਨੂੰ ਤੰਗੀ ਵੀ ਨਹੀਂ ਹੋਵੇਗੀ। ਹੁਣ ਜਿਸ ਪਾਸੇ ਨੂੰ ਮਾਲਕ ਲੈ ਕੇ ਜਾ ਰਿਹਾ ਨਾ, ਤੁਰਨਾ ਚਾਹੀਦਾ ਹੈ ਸਾਨੂੰ। ਅਸੀਂ ਆਪਣੀ ਮਰਜ਼ੀ ਕਰਦੇ ਹਾਂ, ਦਾਤਾ ਜੀ ਕਹਿੰਦੇ ਫਿਰ ਰਿਜ਼ਲਟ ਕੀ ਨਿਕਲਦਾ ਹੈ? ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਹੁਣ ਮਰਜ਼ੀ ਆਪਣੀ ਕੀਤੀ ਤੇ ਫਿਰ ਤੈਨੂੰ ਇਹਦਾ ਦੁੱਖ ਵੀ ਭੋਗਣਾ ਪਵੇਗਾ ਨਾ। ਉਹਦੇ ਤੋਂ ਉਲਟ ਨਹੀਂ, ਉਹਦੇ ਹੁਕਮ ਵਿੱਚ ਚੱਲਣਾ, ਉਹਦੀ ਰਜ਼ਾ ਵਿੱਚ ਚੱਲਿਆ ਆਨੰਦ ਹੈ। ਹੁਣ ਜਿਸ ਪਾਸੇ ਨੂੰ ਚੱਲੀ, ਜੇ ਤੇ ਉਲਟ ਪਾਸੇ ਚੱਲਾਂਗੇ ਫਿਰ ਪਰੇਸ਼ਾਨੀ ਹੈ। ਸਤਿਗੁਰੂ ਤਾਂ ਹੀ ਕਹਿੰਦੇ ਨੇ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਬਾਣੀ ਵਿੱਚ ਨਾ ਇੱਕ ਬਚਨ ਹੋਰ ਆਇਆ, ਮੈਂ ਆਪ ਜੀ ਦੇ ਸਨਮੁਖ ਕਰਾਂ। ਸਤਿਗੁਰੂ ਕਹਿੰਦੇ ਕਦੇ ਕਦੇ ਤੇ ਇਹ ਵੀ ਹੁੰਦਾ ਹੈ, ਕਬਹੂ ਖੀਰ ਖਾਂਡ ਘਿਓ ਨਾ ਪਾਵੇ। ਕਈ ਵਾਰੀ ਬੰਦੇ ਨੂੰ ਕਹਿੰਦੇ ਦੁੱਧ ਦੀ ਖੀਰ ਬਣੀ ਹੁੰਦੀ ਹੈ, ਉਹਦੇ ਵਿੱਚ ਵੀ ਕਈ ਘਿਓ ਪਾ ਕੇ ਖਾਂਦੇ ਨੇ। ਕਬੂ ਖੀਰ ਖਾਂਡ ਘਿਓ ਨਾ ਪਾਵੇ। ਕਈਆਂ ਨੂੰ ਸਾਧ ਸੰਗਤ ਕੱਲੀ ਸ਼ੱਕਰ ਨਹੀਂ ਮਿਲਦੀ ਖਾਣ ਨੂੰ, ਕਈ ਸ਼ੱਕਰ ਦੇ ਵਿੱਚ ਘਿਓ ਪਾ ਕੇ ਵੀ ਖਾਂਦੇ ਨੇ। ਅੱਗੇ ਸਤਿਗੁਰੂ ਹੋਰ ਬਚਨ ਕਹਿੰਦੇ ਕਬਹੂ ਘਰ ਘਰ ਟੂਕ ਮੰਗਾਵੇ। ਕਦੇ ਤੂੰ ਕਹਿੰਦਾ ਜੀ ਅੱਜ ਮੈਨੂੰ ਖੀਰ ਨਹੀਂ ਚੰਗੀ ਲੱਗਦੀ, ਅੱਜ ਮੈਨੂੰ ਆ ਘਿਓ ਵਾਲੀ ਖੰਡ ਚੰਗੀ ਨਹੀਂ ਲੱਗਦੀ, ਕਹਿੰਦੇ ਇਹ ਵੀ ਧਿਆਨ ਰੱਖੀ, ਕਬਹੂ ਘਰ ਘਰ ਟੂਕ ਮੰਗਾਵੇ। ਇਹੋ ਜਿਹਾ ਵੀ ਹੋ ਸਕਦਾ ਹੈ, ਕਹਿੰਦੇ ਤੂੰ ਗੇਟ ਦੇ ਬਾਹਰ ਖਲੋ ਕੇ ਲੋਕਾਂ ਦੇ ਆਖੇ ਜੀ ਭੁੱਖ ਲੱਗੀ ਹੈ, 2 ਦਿਨ ਹੋ ਗਏ ਖਾਦਾ ਕੁਝ ਨਹੀਂ, ਮੈਨੂੰ ਇੱਕ ਫੁਲਕਾ ਦੇ ਦਿਓ। ਕਬਹੂ ਘਰ ਘਰ ਟੂਕ ਮੰਗਾਵੇ। ਕਹਿੰਦੇ ਇਹਦੇ ਤੋਂ ਵੀ ਥੱਲੇ ਕੰਮ ਹੋ ਸਕਦਾ ਹੈ, ਕਬਹੂ ਕੂਰਨ ਚਨੇ ਬਿਨਾਵੇ। ਕਈ ਵਾਰੀ ਲੋਕ ਵੇਖ ਕੇ ਨਾ ਹੱਟਾ ਕੱਟਾ ਸਰੀਰ ਦਬਕਾ ਵੀ ਮਾਰਦੇ, ਜਾ ਕੇ ਕੰਮ ਕਰੋ ਕੁਝ, ਤੁਸੀਂ ਮੰਗਣ ਨੂੰ ਮੂੰਹ ਚੱਕਿਆ। ਤੇ ਫਿਰ ਸਤ ਸੰਗਤ ਕਈ ਜਾ ਕੇ ਕੂਰਨ ਚਨੇ ਬਣਾਵੇ,
ਕੂੜੇ ਦੇ ਵਿੱਚੋਂ ਵੀ ਚੱਕ ਕੇ ਖਾਂਦੇ ਨੇ। ਕੂੜੇ ਦੇ ਵਿੱਚੋਂ ਜਿਹਨੂੰ ਆਪਾਂ ਵੇਸਟ ਕਹਿ ਕੇ ਸੁੱਟ ਦਿੰਨੇ ਆ। ਕਈ ਵਾਰੀ ਹੁੰਦਾ ਨਾ, ਰੱਜ ਜਾਂਦੇ ਖਾਂਦੇ ਖਾਂਦੇ, ਬੱਚਾ ਚਲੋ ਪਰਾਂ ਸੁੱਟ ਦੋ। ਦਾਤਾ ਜੀ ਅੱਗੇ ਕਹਿੰਦੇ, ਜਿਉਂ ਹਰ ਰਾਖੈ ਤਿਉਂ ਰਹੀਏ ਰੇ ਭਾਈ। ਜਿਵੇਂ ਰੱਬ ਰੱਖਦਾ ਨਾ ਉਦਾਂ ਰਿਹਾ ਕਰ, ਆਪਣੀ ਸਿਆਣਪ ਨਾ ਚਲਾ, ਆਪਣੀ ਸਿਆਣਪ ਨਾ ਚਲਾ। ਸਤਿਗੁਰੂ ਕਹਿੰਦੇ, ਢੱਡੇ ਢਾ ਉਸਾਰੇ ਆਪੇ, ਜਿਉਂ ਤਿਸ ਭਾਵੇ ਤਿਵੇਂ ਕਰੇ। ਜਿਵੇਂ ਰੱਬ ਨੂੰ ਚੰਗਾ ਲੱਗਦਾ ਉਂਝ ਕਰਦਾ ਹੈ। ਜਿਵੇਂ ਰੱਬ ਨੂੰ ਕੌਣ ਆਖੇ ਇੰਜ ਨਹੀਂ ਇੰਜ ਕਰ, ਕੌਣ ਕਹਿ ਸਕਦਾ? ਆਪਾਂ ਕਈ ਵਾਰੀ ਕਹਿ ਦਿੰਦੇ ਰਸਤੇ ਚੱਲਦੇ, ਸਾਡਾ ਗੁਆਂਢੀ ਕੋਈ, ਉਹ ਇਦਾਂ ਨਹੀਂ ਭਾਈ ਸਾਹਿਬ, ਆਹ ਚੀਜ਼ ਇਦਾਂ ਹੋਵੇਗੀ। ਰੱਬ ਨੂੰ ਕੀ ਆਖੋਗੇ? ਰੱਬ ਨੂੰ ਕੀ ਆਖੋਗੇ? ਤੇ ਜੇ ਕਹਿਣ ਦੀ ਕੋਸ਼ਿਸ਼ ਵੀ ਕਰੋਗੇ ਨਾ, ਸਿਰਫ ਪਛਤਾਵਾ ਹੀ ਹੱਥ ਲੱਗੇਗਾ। ਉਹ ਕੋਈ ਸਾਡਾ ਗੁਲਾਮ ਥੋੜੀ ਹੈ, ਉਹ ਸਾਡੇ ਅਧੀਨ ਥੋੜੀ ਹੈ, ਆਪਾਂ ਉਹਦੇ ਅਧੀਨ ਹਾਂ। ਫਿਰ ਸਾਨੂੰ ਚਾਹੀਦਾ, ਜੇ ਆਪਾਂ ਰੱਬ ਦੇ ਅਧੀਨ ਹਾਂ ਤੇ ਆਪਾਂ ਉਹਦੀ ਅਧੀਨਗੀ ਵਿੱਚ ਰਹੀਏ। ਆਨੰਦ ਵੀ ਉਹਦੀ ਅਧੀਨਗੀ ਵਿੱਚ ਰਹਿ ਕੇ, ਉਹਦੀ ਰਜ਼ਾ ਵਿੱਚ ਚੱਲਿਆ ਫਾਇਦਾ ਹੈ, ਉਹਦੀ ਰਜ਼ਾ ਵਿੱਚ ਚੱਲਿਆ ਸਕੂਨ ਹੈ। ਸਤਿਗੁਰੂ ਉਹੀ ਆਖਦੇ, ਕਹਿੰਦੇ ਜਿਉਂ ਤਿਸ ਭਾਵੈ ਤਿਵੇਂ ਕਰੇ, ਕਰ ਕਰ ਵੇਖੈ ਹੁਕਮ ਚਲਾਏ। ਫਿਰ ਕਹਿੰਦੇ ਪਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਕਰ ਕਰ ਵੇਖੈ ਹੁਕਮ ਚਲਾਏ। ਵੇਖੇ ਦੇ ਅਰਥ ਸਾਰੀ ਦੁਨੀਆ ਦੀ ਸੰਭਾਲ ਕਰ ਰਿਹਾ ਹੈ। ਸੱਚ ਹੈ ਜੀ, ਸਾਰਿਆਂ ਦੀ ਸੰਭਾਲ ਕਰ ਰਿਹਾ। ਤੁਹਾਨੂੰ ਥੋੜਾ ਜਿਹਾ ਅਜੀਬ ਲੱਗੇਗਾ, ਕਹਿ ਦਵਾਂਗਾ, ਉਹ ਤੇ ਇੱਕ ਚੋਰ ਨੂੰ ਵੀ ਰੋਟੀ ਦੇ ਰਿਹਾ ਹੈ, ਉਹ ਇੱਕ ਠੱਗ ਨੂੰ ਵੀ ਦੇ ਰਿਹਾ ਹੈ, ਜਿਹੜਾ ਰੋਜ਼ ਮਾੜੇ ਕਰਮ ਕਰਦਾ ਉਹਨੂੰ ਵੀ ਦੇ ਰਿਹਾ ਹੈ। ਹਾਂ, ਇਹ ਗੱਲ ਉਹ ਸੋਚ ਲੈਣ ਕਿ ਜੋ ਕੁਝ ਅਸੀਂ ਕਰਮ ਕਰਦੇ ਨਾ, ਸਾਨੂੰ ਆਪਣੇ ਕਰਮਾਂ ਦਾ ਫਲ ਭੋਗਣਾ ਪੈਣਾ ਹੈ। ਉਹ ਆਪਣਾ ਬਿਰਧ ਨਿਭਾ ਰਿਹਾ ਹੈ। ਬਾਣੀ ਤੇ ਇੱਥੋਂ ਤੱਕ ਵੀ ਕਹਿੰਦੀ ਹੈ, ਸਤਿਗੁਰੂ ਦੇ ਬਚਨ ਪੜ੍ਹਨਾ। ਦਾਤਾ ਜੀ ਕਹਿੰਦੇ, ਜੈ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸ਼ਰਨੀ ਪਰ ਠਾਕੁਰ ਪ੍ਰਭ ਤਾਕੇ। ਜਿਹਦੀ ਕਿਰਪਾ ਨਾਲ ਪਤਾ ਨਹੀਂ ਤੇਰੇ ਕਿੰਨੇ ਕੁ ਛੇਕ ਜਿਹੜੇ ਨੇ ਨਾ ਮੋਹਰੇ, ਉਹ ਢੱਕੇ ਹੋਏ ਨੇ। ਮੋਹਰੇ ਦੇ ਅਰਥ ਤੇਰੇ ਮਾੜੇ ਕਰਮਾਂ ਦੇ ਉੱਤੇ ਪਰਦਾ ਪਾਇਆ ਹੋਇਆ। ਜਿਸ ਦਿਨ ਲੋਕਾਂ ਦੇ ਸਾਹਮਣੇ ਨਸ਼ਰ ਹੋ ਗਏ ਨਾ, ਕੀ ਪਤਾ ਮੇਰੇ ਵਰਗਾ ਘਰ ਤੋਂ ਬਾਹਰ ਨਿਕਲਣ ਜੋਗਾ ਵੀ ਨਾ ਰਵੇ। ਸਤਿਗੁਰੂ ਆਖਦੇ ਨੇ, ਕਰ ਕਰ ਵੇਖੈ ਹੁਕਮ ਚਲਾਏ। ਉਹਦਾ ਨਿਯਮ ਇਸ ਸ੍ਰਿਸ਼ਟੀ ਤੇ ਲਾਗੂ ਹੈ। ਤਿਸ ਨਿਸਤਾਰੇ ਜਾ ਕੋ ਨਦਰ ਕਰੇ। ਉਹ ਕਹਿੰਦੇ ਇਹਨਾਂ ਭਰਮਾਂ ਤੋਂ, ਇਹਨਾਂ ਦੁੱਖਾਂ ਤੋਂ ਬਚ ਜਾਂਦਾ ਹੈ, ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਕਿਹਦਾ ਜੀ? ਜਾ ਕੋ ਨਦਰ ਕਰੇ, ਜਿਹਦੇ ਉੱਤੇ ਉਹ ਕਿਰਪਾ ਕਰ ਦਵੇ, ਜਿਹਦੇ ਉੱਤੇ ਉਹ ਕਿਰਪਾ ਕਰ ਦਵੇ। ਹੁਣ ਤੁਸੀਂ ਆਖੋਗੇ ਜੀ ਕਿਰਪਾ ਕਿਹਦੇ ਉੱਤੇ ਕਰੂਗਾ? ਸਿਰਫ ਭਗਤਾਂ ਦੇ ਉੱਤੇ। ਇੱਕ ਨੁਕਤਾ ਕਹਿ ਕੇ ਆਪਾਂ ਅਗਲਾ ਬੰਦ ਸਮਝ ਲੈਂਦੇ ਆ। ਰੱਬ ਇਦਾਂ ਹੈ ਜਿਵੇਂ ਬਲਦੀ ਹੋਈ ਅੱਗ ਹੁੰਦੀ ਹੈ। ਕਈਆਂ ਨੂੰ ਭੁਲੇਖਾ ਹੈ ਨਾ ਜੀ, ਜਿਹੜਾ ਕੀਰਤਨ ਕਰਦਾ ਹੈ ਨਾ, ਰੱਬ ਉਹਨੂੰ ਪਿਆਰ ਕਰਦਾ ਹੈ। ਆ ਜਿਹੜੇ ਭਾਈ ਸਾਹਿਬ ਕਥਾ ਕਰਦੇ ਨੇ, ਪਾਠ ਕਰਦੇ ਨੇ ਪਾਠੀ, ਉਹਨਾਂ ਨੂੰ ਪਿਆਰ ਕਰਦਾ। ਸੁਣ ਲੈਣਾ, ਸਾਰੇ ਭਰਮ ਨਿਕਲ ਜਾਣਗੇ। ਰੱਬ ਇੱਕ ਬਲਦੀ ਹੋਈ ਅੱਗ ਹੈ। ਤੇ ਬਲਦੀ ਹੋਈ ਅੱਗ ਦਾ ਪਤਾ ਕੀ ਮਤਲਬ ਹੈ? ਜਿਹੜਾ ਅੱਗ ਦੇ, ਹੁਣ ਸਰਦੀ ਪੈਂਦੀ ਹੈ ਨਾ, ਜਿਹੜਾ ਅੱਗ ਦੇ ਜਿੰਨੀ ਨੇੜੇ ਜਾਊਗਾ ਉਹਨੂੰ ਉਨਾ ਜ਼ਿਆਦਾ ਨਿੱਘ ਮਿਲੂਗਾ, ਉਹਨੂੰ ਉਨਾ ਜ਼ਿਆਦਾ ਸੇਕ ਮਿਲੂਗਾ। ਹੁਣ ਮੇਰੇ ਵਰਗਾ ਅੱਗ ਇੱਥੇ ਬਲਦੀ ਹੋਵੇ ਤੇ ਗੇਟ ਦੇ ਬਾਹਰ ਖਲੋ ਕੇ ਆਖੇ ਜੀ ਮੈਨੂੰ ਇੱਥੇ ਸੇਕ ਮਿਲ ਜੇ, ਨਹੀਂ ਹੋ ਸਕਦਾ। ਇਹ ਨਾ ਸਮਝ ਲੈਣਾ ਕਿ ਉਹ ਜੀ ਜਿਨ੍ਹਾਂ ਨੇ ਭਗਵਾਂ ਚੋਲਾ ਪਾਇਆ ਉਹਨਾਂ ਨੂੰ ਪਿਆਰ ਕਰਦਾ, ਜਿਨ੍ਹਾਂ ਨੇ ਪਾਏ ਨਹੀਂ ਉਹਨਾਂ ਨੂੰ ਪਿਆਰ ਕਰਦਾ। ਜਿਹਨੇ ਨੀਲਾ ਪਾਇਆ, ਚਿੱਟਾ ਪਾਇਆ, ਜਿਸ ਨੇ ਸਿਰ ਉੱਤੇ ਚਿੱਟਾ ਪਰਨਾ ਬੰਨਿਆ, ਹੱਥ ਵਿੱਚ ਮਾਲਾ ਫੜੀ, ਉਹਨੂੰ ਪਿਆਰ ਕਰਦਾ। ਨਹੀਂ ਸਤ ਸੰਗਤ, ਰੱਬ ਤੇ ਇੱਕ ਰੋਸ਼ਨੀ ਹੈ, ਪ੍ਰਕਾਸ਼ ਹੈ। ਜਿਹੜਾ ਨੇੜੇ ਜਾਊਗਾ ਉਹ ਉਸ ਬਖਸ਼ਿਸ਼ ਨੂੰ ਮਾਣ ਲਵੇਗਾ। ਬਸ ਆਹ ਹੈ ਗੱਲ, ਜੇ ਆਪਾਂ ਸਮਝ ਲਈਏ। ਸਤਿਗੁਰੂ ਕਹਿੰਦੇ ਫਿਰ ਜਿਹੜਾ ਨੇੜੇ ਜਾਵੇਗਾ ਉਹਦੇ ਉੱਤੇ ਕਿਰਪਾ ਹੋਣੀ ਉਹ ਹੋਣੀ ਕਿਆ? ਨੇੜੇ ਜਾਣ ਦੇ ਅਰਥ ਜਿਹੜਾ ਉਹਦੇ ਹੁਕਮ ਵਿੱਚ, ਰਜ਼ਾ ਵਿੱਚ ਚੱਲੇਗਾ। ਅਗਲਾ ਅੱਖਰ ਕਹਿੰਦੇ ਨਾਣਾ। ਨਾਣੇ ਰਵਤ ਰਹਿ ਘਟ ਅੰਤਰ। ਕਹਿੰਦੇ ਪਰਮਾਤਮਾ ਨਾ ਸਾਰਿਆਂ ਦੇ ਹਿਰਦੇ ਦੇ ਵਿੱਚ ਵਸਿਆ ਹੋਇਆ ਹੈ। ਬਿਲਕੁਲ ਸਪਸ਼ਟ ਹੈ ਜੀ, ਹਰ ਇੱਕ ਦੇ ਅੰਦਰ ਹੈ। ਬਸ ਫਰਕ ਇੰਨਾ ਹੀ ਹੈ, ਕੱਲ ਵੀ ਆਪਾਂ ਵਿਚਾਰਿਆ ਸੀਗਾ, ਸ਼ੀਸ਼ੇ ਦੇ ਉੱਤੇ ਮਿੱਟੀ ਲੱਗੀ ਹੋਵੇ ਨਾ ਬਹੁਤ ਸਾਰੀ, ਮੇਰੇ ਵਰਗਾ ਆਖੇ ਤੇ ਸ਼ੀਸ਼ਾ ਖਰਾਬ ਹੋ ਗਿਆ, ਇਹਦੇ ਵਿੱਚੋਂ ਦਿਸਦਾ ਨਹੀਂ। ਸਿਆਣਪ ਇਹ ਹੈ, ਕੱਪੜਾ ਚੁੱਕ ਕੇ ਸ਼ੀਸ਼ੇ ਦੀ ਮਿੱਟੀ ਜਿਹੜੀ ਹੈ ਉਹ ਸਾਫ਼ ਕਰ ਦੋ, ਤੁਹਾਡਾ ਚਿਹਰਾ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ।
ਸਾਡੀ ਸੋਚ ਵਿੱਚ, ਸਾਡੇ ਧਿਆਨ ਵਿੱਚ ਅਗਿਆਨਤਾ ਦੀ ਮਿੱਟੀ ਚੜ ਚੁੱਕੀ ਹੈ। ਇਹ ਉਤਰੂਗੀ, ਜਿਹੜਾ ਅੰਦਰ ਹੈ ਉਹ ਬਾਹਰ ਪ੍ਰਗਟ ਹੋ ਜਾਏਗਾ। ਹੈ ਸਾਰਿਕ ਦੇ ਅੰਦਰ। ਚੀਂਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ, ਫੁਲਾ ਕੀ ਹਾਥੀ ਕੀ ਚੀਂਟੀ ਸਾਰਿਆਂ ਦੇ ਵਿੱਚ ਹੈ। ਸਾਈਂ ਬੁੱਲੇ ਸ਼ਾਹ ਵਰਗਿਆਂ ਨੇ ਵੀ ਕਹਿ ਦਿੱਤਾ, ਕਹਿੰਦੇ ਬੁੱਲਿਆ ਰੱਬ ਤੇਥੋਂ ਵੱਖ ਨਹੀਂ, ਤੇਰੀ ਵੇਖਣ ਵਾਲੀ ਅੱਖ ਨਹੀਂ। ਰੱਬ ਕਹਿੰਦੇ ਤੇਥੋਂ, ਕਹਿੰਦੇ ਰੱਬ ਦਾ ਕੀ ਪਾਉਣਾ। ਬੁੱਲੇ ਸ਼ਾਹ ਕਹਿੰਦਾ ਰੱਬ ਦਾ ਕੀ ਪਾਉਣਾ। ਕਹਿੰਦੇ ਕਾਹਨੂੰ ਏਡਾ ਘਮਸਾਨ ਪਾਇਆ। ਕਹਿੰਦੇ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਇੱਧਰ ਲਾਉਣਾ। ਬਸ ਕਹਿੰਦੇ ਆਹ ਪੁੱਟ ਦੇਈ ਆਪਣੀ ਮੈਂ ਪੁੱਟ, ਤੇ ਮੈਂ ਪੁੱਟ ਕੇ ਤੇ ਇੱਧਰ ਲਾਉਣਾ, ਇੱਧਰ ਲਾ ਲੇ, ਰੱਬ ਨਾਲ ਲਾ ਲੇ, ਗੱਲ ਬਣ ਗਈ, ਮਿਲ ਗਿਆ ਤੈਨੂੰ। ਰੱਬ ਦਾ ਕੀ ਪਾਉਣਾ। ਇਹ ਥੋੜੀ ਹੈ ਕਿ ਪਹਾੜ ਤੇ ਚੜ ਕੇ ਮਿਲੂਗਾ ਜੀ, ਘਰ ਪਰਿਵਾਰ ਛੱਡ ਦੋ ਤਾਂ ਜਾ ਕੇ ਰੱਬ ਮਿਲੂਗਾ, ਬਿਲਕੁਲ ਵੀ ਨਹੀਂ। ਸਤਿਗੁਰੂ ਕਹਿੰਦੇ ਮੈਂ ਛੱਡ ਦੇ, ਅਗਿਆਨਤਾ ਛੱਡ ਦੇ, ਹੈ ਤੇਰੇ ਅੰਦਰ। ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤਹਿ ਨਾ ਭਇਓ ਦੁਰਾਈ। ਕਹਿੰਦੇ ਉਹ ਤੇ ਹੈ ਹੀ ਨਹੀਂ ਕਿੱਥੇ ਦੂਰ। ਭਗਤ ਰਵਿਦਾਸ ਜੀ ਨੇ ਇੱਕ ਬੜੇ ਕਮਾਲ ਦਾ ਬਚਨ ਕਿਹਾ। ਪਤਾ ਕੀ ਆਖਦੇ? ਉਹ ਆਖਦੇ ਕਹੋ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋ ਕੋਈ। ਕਹਿੰਦੇ ਰੱਬ ਤੇਰੀ ਇੰਨੇ ਜ਼ਿਆਦਾ ਨੇੜੇ ਹੈ। ਕਿੰਨੇ ਜੀ? ਹਾਥ ਪੈ ਨੇੜੇ। ਹੁਣ ਸਾਡੇ ਸਰੀਰ ਵਿੱਚ ਕਿੱਥੇ ਵੀ ਕੋਈ ਹਰਕਤ ਹੁੰਦੀ, ਮਾੜਾ ਜਿਹਾ ਸਾਨੂੰ ਮਹਿਸੂਸ, ਸਾਡਾ ਹੱਥ ਇੱਕਦਮ ਪਹੁੰਚ ਜਾਂਦਾ ਹੈ। ਕਹਿੰਦੇ ਜਿੰਨਾ ਤੇਰਾ ਹੱਥ ਤੇਰੇ ਨੇੜੇ, ਇਹਦੇ ਨਾਲੋਂ ਵੀ ਵੱਧ ਨੇੜੇ ਰੱਬ ਹੈਗਾ। ਕਹੋ ਰਵਿਦਾਸ ਹਾਥ ਪੈ ਨੇੜੇ, ਹੱਥ ਦੇ ਨਾਲੋਂ ਵੀ ਨੇੜੇ ਹੈ। ਪਰ ਸਹਿਜੇ ਹੋਏ ਸੋ ਕੋਈ, ਤੈਨੂੰ ਸਹਿਜ ਵਿੱਚ ਆਉਣਾ ਪੈਣਾ, ਆਪਣੀ ਸਿਆਣਪ ਆਪਣੀ ਚਤਰਾਈ ਛੱਡਣੀ ਪੈਣੀ ਹੈ। ਵੇਖ ਆਉਂਦਾ ਨਹੀਂ ਆਉਂਦਾ, ਉਹ ਤੇ ਤੇਰੇ ਨਾਲ ਹੀ ਹੈ ਹਮੇਸ਼ਾ ਨਾਲ। ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ, ਉਹ ਤੇ ਨਾਲ ਨਾਲ ਚੱਲ ਰਿਹਾ, ਭੁਲੇਖਾ ਪੈ ਜਾਂਦਾ ਹੈ ਸਾਨੂੰ। ਭਰਮ ਤੇ ਕੱਢਣਾ ਪੈਣਾ ਨਾ। ਉਹ ਕੋਈ ਰੱਬ ਦੀ ਭਗਤੀ ਕਰਦਾ ਸੀ, ਬਹੁਤ ਬੰਦਗੀ ਕਰਦਾ ਸੀਗਾ, ਤੇ ਕਿੱਥੇ ਸੁਪਨਾ ਵੇਖਿਆ, ਤੇ ਸੁਪਨੇ ਵਿੱਚ ਕੀ ਵੇਖਦਾ ਹੈ? ਇਹ ਤੇ ਰੱਬ ਕਹਿੰਦੇ ਦੋਹੇ ਚੱਲੇ ਜਾਂਦੇ ਨੇ, ਚੱਲੀ ਜਾਂਦੇ ਨੇ, ਚੱਲੀ ਜਾਂਦੇ ਨੇ। ਰਸਤੇ ਦੇ ਵਿੱਚ ਨਦੀ ਆਈ। ਨਦੀ ਦੀ ਜਿਹੜੀ ਰੇਤ ਸੀ ਉਹ ਬਹੁਤ ਤਪੀ ਹੋਈ ਸੀ, ਇਹਦੇ ਪੈਰੀ ਜੁੱਤੀ ਨਹੀਂ ਸੀ, ਭਗਤੀ ਭਾਵਨਾ ਵਾਲਾ ਸੀਗਾ। ਤੇ ਜਦੋਂ ਨਦੀ ਆਈ, ਨਦੀ ਪਾਰ ਕਰ ਗਿਆ, ਤੇ ਪਾਰ ਕਰਕੇ ਜਦੋਂ ਜੰਗਲ ਦਾ ਰਾਹ ਆਇਆ, ਫਿਰ ਇਹ ਪਿੱਛੇ ਵੇਖਦਾ ਨਦੀ ਦੇ ਵਿੱਚ ਕਿ ਪਿੱਛੋਂ ਜਦੋਂ ਅਸੀਂ ਆਉਂਦੇ ਸੀ ਉਦੋਂ ਤੇ ਅਸੀਂ ਦੋ ਸੀਗੇ, ਆ ਨਦੀ ਦੇ ਵਿੱਚ ਜਿਹੜੇ ਨਿਸ਼ਾਨ ਪਏ ਉਹ ਸਿਰਫ ਇੱਕ ਦੇ ਨੇ। ਇਹਦਾ ਮਤਲਬ ਮੈਂ ਤੇ ਸੁਣਿਆ ਸੀ ਕਿ ਮੁਸੀਬਤ ਦੇ ਵਿੱਚ ਪਰਛਾਵਾਂ ਵੀ ਸਾਥ ਛੱਡ ਜਾਂਦਾ ਹੈ, ਲੱਗਦਾ ਅੱਜ ਤੇ ਰੱਬ ਵੀ ਸਾਥ ਛੱਡ ਗਿਆ। ਜਦੋਂ ਤਤੀ ਰੇਤ ਆਈ, ਜਦੋਂ ਭਗਤੀ ਵਿੱਚ ਜੁੜਿਆ, ਭਗਤੀ ਵਿੱਚ ਜੁੜ ਕੇ ਰੱਬ ਨੂੰ ਕਹਿੰਦਾ ਰੱਬਾ ਕਮਾਲ ਹੋ ਗਈ, ਬੰਦੇ ਤੇ ਸੁਣੇ ਸੀ, ਪਰਛਾਵਾਂ ਤੇ ਸੁਣਿਆ ਸੀ, ਰਿਸ਼ਤੇਦਾਰ ਤੇ ਸੁਣੇ ਸੀ, ਹੁਣ ਰੱਬ ਵੀ ਸਾਥ ਛੱਡ ਗਿਆ। ਰੱਬ ਕਹਿੰਦੇ ਕੀ ਹੋਇਆ? ਕਹਿੰਦੇ ਜਦੋਂ ਪਿੱਛੇ ਸੀ ਉਦੋਂ ਤੂੰ ਨਾਲ ਨਾਲ ਸੀ, ਰੇਤ ਵਿੱਚ ਆ ਕੇ ਤੂੰ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ। ਮੇਰੇ ਪੈਰ ਦੇ ਨਿਸ਼ਾਨ ਨੇ, ਤੇ ਹੁਣ ਕਹਿੰਦੇ ਜਦੋਂ ਸਹੀ ਥਾਂ ਆਇਆ, ਮੈਂ ਰਾਤੀ ਸੁਪਨਾ ਵੇਖਦਾ ਸੀ, ਤੂੰ ਫੇਰ ਆ ਗਿਆ। ਰੱਬ ਕਹਿੰਦਾ ਇੱਕ ਗੱਲ ਦੱਸੇਗਾ? ਕਹਿੰਦੇ ਹਾਂ। ਕਹਿੰਦੇ ਜਦੋਂ ਤੂੰ ਰੇਤ ਦੇ ਵਿੱਚ ਦੀ ਲੰਘਿਆ ਨਾ, ਤੈਨੂੰ ਰੇਤ ਤੱਤੀ ਲੱਗੀ? ਕਹਿੰਦਾ ਨਹੀਂ। ਕਹਿੰਦੇ ਤੈਨੂੰ ਪਤਾ ਕਿਉਂ ਨਹੀਂ ਤੱਤੀ ਲੱਗੀ? ਕਹਿੰਦੇ ਨਹੀਂ। ਕਹਿੰਦੇ ਉਹ ਜਿਹੜੇ ਨਿਸ਼ਾਨ ਨੇ ਨਾ, ਉਹ ਤੇਰੇ ਪੈਰ ਨਹੀਂ, ਉਹ ਮੇਰੇ ਪੈਰ ਨੇ। ਜਦੋਂ ਮੁਸੀਬਤ ਆਈ ਨਾ, ਮੈਂ ਤੈਨੂੰ ਆਪਣੀ ਗੋਦ ਵਿੱਚ ਚੁੱਕ ਲਿਆ ਸੀਗਾ, ਮੈਂ ਤੈਨੂੰ ਆਪਣੀ ਗੋਦ ਵਿੱਚ ਚੁੱਕ ਲਿਆ ਸੀਗਾ। ਹੁਣ ਉਹ ਤੇ ਬਹੁਤ ਨੇੜੇ ਹੈ, ਉਹ ਬਚਾਉਂਦਾ ਵੀ ਹੈ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਕਾ ਅੰਤਰ ਜਾਮੀ, ਉਠਤ ਸੁਖੀਆ ਬੈਠਤ ਸੁਖੀਆ। ਸਤਿਗੁਰੂ ਕਹਿੰਦੇ ਉੱਠਦਿਆਂ ਬਹਿੰਦਿਆਂ ਤੂੰ ਸੁਖੀ ਹੋਵੇਗਾ, ਪਰ ਕਦ? ਭਉ ਨਹੀਂ ਲਾਗੇ ਜਾਂ ਐਸੇ ਬੁੱਝਿਆ। ਜੇ ਤੂੰ ਇਸ ਗੱਲ ਨੂੰ ਸਮਝ ਲਿਆ ਨਾ ਕਿ ਰਾਖਾ ਏਕ ਹਮਾਰਾ ਸੁਆਮੀ, ਡਰੇਗਾ ਹੀ ਨਹੀਂ। ਕਿਉਂ? ਉਹੀ ਰਾਖਾ ਹੈ। ਇਸ ਗੱਲ ਨੂੰ ਹੀ ਸਮਝਣਾ ਹੈ। ਸਤਿਗੁਰੂ ਕਹਿੰਦੇ ਨਾਣੇ ਰਵਤ ਰਹਿ ਘਟ ਅੰਤਰ, ਹਰ ਗੁਣ ਗਾਵੇ ਸੋਈ। ਜਿਸ ਦੇ ਅੰਦਰ ਵਸ ਗਿਆ ਨਾ, ਫਿਰ ਕਹਿੰਦੇ ਉਹ ਪਰਮਾਤਮਾ ਦੇ ਗੁਣ ਗਾਉਂਦਾ ਹੈ। ਬਿਲਕੁਲ ਸਮਝ ਸਪਸ਼ਟ ਹੈ। ਤੇ ਉਹ ਜਿਹੜਾ ਵਸਣਾ ਹੈ ਨਾ ਜੀ, ਦੱਤ ਜੀ ਕਹਿੰਦੇ ਸਾਧ ਸੰਗਤ ਕੈ ਸੰਗ ਵਸੈ, ਵੱਡ ਭਾਗੀ ਪਾਏ। ਸੰਗਤ ਵਿੱਚ ਆ ਕੇ ਇਸ ਗੱਲ ਦੀ ਸਮਝ ਪੈਂਦੀ ਹੈ। ਆਪੇ ਆਪ ਮਿਲਾਏ ਕਰਤਾ। ਫਿਰ ਕਹਿੰਦੇ ਪਰਮਾਤਮਾ ਭਗਤੀ ਕਰਨ ਵਾਲਿਆਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਪੁੰਨ ਰਪ ਜਨਮ ਨਾ ਹੋਈ। ਪੁੰਨ ਰਪ, ਪੁੰਨ ਦੇ ਅਰਥ ਦੁਬਾਰਾ, ਰੱਬ ਦੇ ਅਰਥ ਜਨਮ ਹੋਣਾ।
ਕਹਿੰਦੇ ਫਿਰ ਉਹਨਾਂ ਨੂੰ ਦੁਬਾਰਾ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਣਾ ਪੈਂਦਾ। ਕਿਹਨਾਂ ਨੂੰ ਜੀ? ਜਿਹੜੇ ਰੱਬ ਦੀ ਭਗਤੀ ਵਿੱਚ, ਪਰਮਾਤਮਾ ਦੀ ਯਾਦ ਵਿੱਚ ਜੁੜਦੇ ਨੇ। ਹੁਣ ਫੈਸਲਾ ਤੇ ਸਾਡੇ ਹੱਥ ਹੈ। ਉਹਨੇ ਜੀਵਨ ਦਿੱਤਾ ਹੈ, ਇਸ ਜੀਵਨ ਦੀ ਵਰਤੋਂ ਕਿਵੇਂ ਕਰਨੀ ਹੈ ਸਾਰਿਆਂ ਦੇ ਨਾਲ। ਫਿਰ ਦੁਬਾਰਾ ਬੇਨਤੀ ਕਰ ਰਿਹਾ, ਉਹ ਕਿਤੇ ਦੂਰ ਨਹੀਂ ਹੈ। ਸਤਿਗੁਰੂ ਤੇ ਬਾਣੀ ਵਿੱਚ ਕਹਿੰਦੇ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਹਦਾ ਚਾਨਣਾ ਸਾਰਿਆਂ ਦੇ ਵਿੱਚ ਹੈ। ਮੇਰਾ ਬੋਲਣਾ, ਤੁਹਾਡਾ ਇੱਥੇ ਬੈਠਣਾ ਨਾ, ਇਹ ਰੱਬ ਦੀ ਹੋਂਦ ਦਾ ਪ੍ਰਤੀਕ ਹੈ। ਪਤਾ ਕਿਵੇਂ ਚੱਲੇਗਾ? ਸਤਿਗੁਰੂ ਕਹਿੰਦੇ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਸਦਕਾ ਹੀ ਇਹ ਜੋਤ ਪ੍ਰਗਟ ਹੋਣੀ ਹੈ। ਆਓ ਫਿਰ ਯਤਨ ਕਰੀਏ, ਗੁਰੂ ਦੀ ਸਿੱਖਿਆ ਵੱਲ, ਗੁਰੂ ਦੇ ਸਿਧਾਂਤਾਂ ਵੱਲ ਤੁਰੀਏ। ਸੁਭਾਵਕ ਹੀ ਇਹ ਭਟਕੀ ਹੋਈ ਸੁਰਤ ਟਿਕ ਜਾਵੇਗੀ। ਇਹ ਜੀਵਨ ਦੀ ਸਫਲਤਾ ਹੀ ਕਰਤੇ ਦੀ ਯਾਦ ਵਿੱਚ ਜੁੜਿਆ ਹੈ। ਪਾਤਸ਼ਾਹ ਜੀ ਰਹਿਮਤ ਕਰਨ, ਆਪ ਸਭਨਾਂ ਨੂੰ ਨਾਮ ਦੀਆਂ ਦਾਤਾਂ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰਨ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਗੁਰਫਤਿਹ ਦੀ ਸਾਂਝ ਕਰੋ ਪਿਆਰ ਨਾਲ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ।